ਸਤਿਕਾਰਯੋਗ ਵਿਸ਼ਵ 'ਚ ਬੈਠੇ ਪੰਜਾਬੀ ਭੈਣੋ ਤੇ ਭਰਾਓ, ਅੱਜ ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਇਸ਼ੂ ਜਿਹੜਾ ਕਿਉਂਕਿ ਇਲੈਕਸ਼ਨਸ ਪੰਜਾਬ ਦੀਆਂ ਬਹੁਤ ਨੇੜੇ ਆ ਗਈਆਂ ਕਿ ਕਿਸ ਤਰ੍ਹਾਂ ਵੈਸੇ ਤਾਂ ਸਾਰੇ ਦੇਸ਼ ਦੀ ਲੇਕਿਨ ਪੰਜਾਬ ਦੀ ਚੋਣ ਪ੍ਰਣਾਲੀ ਕਿੰਨੀ ਗੰਦਲੀ ਹੋ ਚੁੱਕੀ ਆ, ਜਿਸ ਦੇ ਕਰਕੇ ਸਹੀ ਜਿਹੜੀ ਡਿਜ਼ਰਵਿੰਗ ਲੀਡਰਸ਼ਿਪ ਹੈ ਉਹ ਪੰਜਾਬ ਤੇ ਇਸ ਕੰਟਰੀ ਵਿੱਚ ਉੱਭਰ ਕੇ ਨਹੀਂ ਆ ਰਹੀ। ਇਸ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਨੀ ਆ। ਔਰ ਚੋਣ ਪ੍ਰਣਾਲੀ ਮੈਂ ਜਦੋਂ ਕਹਿੰਦਾ ਇਲੈਕਟੋਰਲ ਪੋਲਿਟਿਕਸ ਜਿਹੜੀ ਆ ਆਪਣੀ ਕੰਟਰੀ ਦੀ, ਆਪਣੀ ਸਟੇਟ ਦੀ, ਉਹ ਬਹੁਤ ਬੁਰੀ ਤਰ੍ਹਾਂ ਪੋਲਿਊਟ ਹੋ ਗਈ। ਜੇ ਮੈਂ ਪਹਿਲਾਂ ਪੰਜਾਬ ਦੀ ਗੱਲ ਕਰਾਂ, ਕਿਉਂਕਿ ਪੰਜਾਬ ਹਰ ਗੱਲ ਵਿੱਚ ਤਕਰੀਬਨ ਮੋਹਰੀ ਸਟੇਟ ਰਿਹਾ ਵਾ ਤੇ ਇਸ ਮਾੜੇ ਰੁਝਾਨ ਵਿੱਚ ਵੀ ਪੰਜਾਬ ਨੇ ਇੱਕ ਕਿਸਮ ਦਾ ਮੋਹਰੀ ਰੋਲ ਅਖਤਿਆਰ ਕਰ ਲਿਆ ਵਾ। ਔਰ ਜਿਸ ਕਰਕੇ ਸਾਰਾ ਜਿਹੜਾ ਵਾਤਾਵਰਨ ਹੈ ਚੁਣੀ ਹੋਈ ਸਾਰੇ ਲੀਡਰਸ਼ਿਪ ਦਾ, ਉਹ ਸਾਰਾ ਅਪਸੈਟ ਹੋਇਆ ਹੋਇਆ। ਜੇ ਮੈਂ ਗੱਲ ਕਰਾਂ ਪੰਜਾਬ ਦੀ, ਇੱਥੇ 1985 ਤੱਕ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ ਅੱਜ ਹੈ ਨਹੀਂ ਆਪਣੇ ਨਾਲ, ਉਹਨਾਂ ਨੇ 1985 ਵਿੱਚ ਇਲੈਕਸ਼ਨ ਲੜੀ ਇਸੇ ਹੀ ਭੁਲੱਥ ਹਲਕੇ 'ਚੋਂ ਜਿੱਥੇ ਅੱਜ ਅਸੀਂ ਖੜੇ ਹਾਂ। ਮੇਰਾ ਪਿੰਡ ਰਾਮਗੜ੍ਹ ਹੈ ਔਰ ਭੁਲੱਥ 'ਚ ਉਦੋਂ ਜਿਹੜੀ ਇਲੈਕਸ਼ਨ ਲੜੀ ਗਈ, ਮੈਂ ਉਦੋਂ ਆਪਣੇ ਕਾਲਜ ਦੀ ਵਿੱਦਿਆ ਖਤਮ ਕੀਤੀ ਸੀਗੀ ਔਰ ਮੈਂ ਉਸ ਇਲੈਕਸ਼ਨ ਨੂੰ ਬਹੁਤ ਜ਼ਿੰਮੇਵਾਰੀ ਨਾਲ ਨੇੜੇ ਹੋ ਕੇ ਦੇਖਿਆ ਵੀ ਤਾਂ ਉਹਦੇ 'ਚ ਜ਼ਿੰਮੇਵਾਰੀ ਨਿਭਾਈ। ਉਸ 1985 ਦੀ ਅਸੈਂਬਲੀ ਇਲੈਕਸ਼ਨ ਵਿੱਚ ਯਕੀਨ ਰੱਖਣਾ, ਮੈਂ ਗਲਤ ਗੱਲ ਨਹੀਂ ਕਹਿ ਰਿਹਾ, ਨਾ ਕਿਸੇ ਤਰ੍ਹਾਂ ਦੀ ਕੋਈ ਸ਼ਰਾਬ ਵੰਡੀ ਗਈ ਸੀਗੀ, ਨਾ ਕੋਈ ਲੋਕਾਂ ਦੇ ਵਾਸਤੇ ਲੰਗਰ ਲਾਇਆ ਗਿਆ। ਪੈਸੇ ਦੇਣ ਦਾ, ਵੋਟਾਂ ਖਰੀਦਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀਗਾ ਔਰ ਬਿਲਕੁਲ ਸਾਦੀ ਇਲੈਕਸ਼ਨ ਲੜੀ ਗਈ ਸੀ, ਜਿਹਦੇ 'ਚ ਪ੍ਰਚਾਰ ਹੋਇਆ ਸਾਰੇ ਪਿੰਡਾਂ ਦੇ ਵਿੱਚ, ਕਿਉਂਕਿ ਉਹਨਾਂ ਦਿਨਾਂ 'ਚ ਥੋੜ੍ਹੇ ਸਾਧਨ ਘੱਟ ਸੀਗੇ ਤੁਹਾਨੂੰ ਪਬਲਿਸਿਟੀ ਵਾਸਤੇ, ਤੇ ਕੁਛ ਨਾ ਕੁਛ ਥੋੜ੍ਹਾ ਬਹੁਤਾ ਟਰਾਂਸਪੋਰਟੇਸ਼ਨ ਲਈ ਗੱਡੀਆਂ ਮੋਟਰਾਂ ਆਪਣੇ ਵਰਕਰਸ ਨੂੰ ਪਿੰਡਾਂ 'ਚ ਪਹੁੰਚਣ ਤੱਕ ਕਰਨਾ ਪੈਂਦਾ ਸੀਗਾ। ਇਸ ਤੋਂ ਇਲਾਵਾ ਕੋਈ ਫਜ਼ੂਲ ਖਰਚਾ ਨਹੀਂ ਸੀਗਾ। ਔਰ ਮੈਂ ਫਿਰ ਤੁਹਾਨੂੰ ਰੀਇਟਰੇਟ ਕਰਦਾ, ਮੈਨੂੰ ਉਹ ਚੰਗੀ ਤਰ੍ਹਾਂ ਯਾਦ ਆ, 1985 'ਚ ਸਾਡੀ ਜਿਹੜੀ ਅਸੈਂਬਲੀ ਦੀ ਇਲੈਕਸ਼ਨ ਸੀਗੀ, ਇਹ ਲਗਭਗ 2 ਤੋਂ 3 ਲੱਖ ਰੁਪਏ ਵਿੱਚ ਲੜੀ ਗਈ ਸੀ। ਔਰ ਠੀਕ 3 ਦਹਾਕੇ ਬਾਅਦ ਪੰਜਾਬ ਦਾ ਵਾਤਾਵਰਨ ਖਰਾਬ ਹੋਇਆ। ਇੱਥੇ ਹਾਲਾਤ ਜਦੋਂ ਖਰਾਬ ਹੋਏ, ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਲੱਗ ਗਿਆ। ਉਸ ਤੋਂ ਬਾਅਦ ਬੇਅੰਤ ਸਿੰਘ ਦੀ ਇੱਕ ਨੌਨ ਡੈਮੋਕ੍ਰੈਟਿਕ ਗਵਰਨਮੈਂਟ ਬਣੀ 1992 ਦੇ ਵਿੱਚ। ਉਸ ਤੋਂ ਬਾਅਦ 97 'ਚ ਬਾਦਲ ਦੀ ਤੇ ਵਗੈਰਾ ਵਗੈਰਾ। ਠੀਕ 30 ਸਾਲ ਬਾਅਦ, 3 ਦਹਾਕਿਆਂ ਦੇ ਬਾਅਦ, ਅੱਜ ਪੰਜਾਬ ਦਾ ਜਿਹੜਾ ਇਲੈਕਟੋਰਲ ਪੋਲਿਟਿਕਸ ਹੈ ਬਹੁਤ ਬੁਰੀ ਤਰ੍ਹਾਂ ਗੰਦਲੀ ਹੋ ਚੁੱਕੀ ਹੈ। ਅੱਜ ਕੋਈ ਵੀ ਇਲੈਕਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ, ਉਹ ਕਰੋੜਾਂ ਤੋਂ ਘੱਟ ਨਹੀਂ ਗੀ ਅਸੈਂਬਲੀ ਦੀ। ਜਿੱਥੇ ਕਿਤੇ ਤਿੱਖੀ ਲੜਾਈ ਹੈ, ਜਿੱਥੇ ਤਾਕਤਵਰ ਲੋਕ ਜਿਨ੍ਹਾਂ ਦਾ ਪੋਲਿਟਿਕਸ ਨਾਲ ਕੋਈ ਸਰੋਕਾਰ ਨਹੀਂ ਸੀਗਾ, ਦੋਨਾਂ ਰਵਾਇਤੀ ਪਾਰਟੀਆਂ ਨੇ ਸਿੱਧੇ ਵਪਾਰੀਆਂ ਨੂੰ ਇਸ ਕੰਮ ਵਿੱਚ ਵਾੜ ਲਿਆ ਤਾਂ ਕਿ ਉਹ ਆਪਣੇ ਪੈਸੇ ਦੇ ਜ਼ੋਰ ਦੇ ਨਾਲ ਚੋਣਾਂ ਜਿੱਤ ਸਕਣ ਤੇ ਚੋਣਾਂ ਜਿੱਤ ਕੇ ਉਹਨਾਂ ਦਾ ਮੁੜ ਕੇ ਸਾਥ ਦੇਣ। ਜੇ ਮੈਂ ਕਾਂਗਰਸ ਦੀ ਗੱਲ ਕਰਾਂ, ਰਾਣਾ ਗੁਰਜੀਤ ਸਿੰਘ ਵਰਗੇ ਜਿਹੜਾ ਯੂਪੀ 'ਚ ਕੋਈ ਕੰਮ ਕਰਦੇ ਸੀ, ਉਹਨਾਂ ਦਾ ਕੋਈ ਪੰਜਾਬ ਨਾਲ ਸਰੋਕਾਰ ਨਹੀਂ ਸੀਗਾ, ਉਹਨੂੰ ਲਿਆ ਕੇ ਕਪੂਰਥਲੇ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਟਿਕਟ ਦੇ ਦਿੱਤੀ। ਅੱਜ ਤੱਕ ਵੀ ਉਹਨਾਂ ਦਾ ਕਪੂਰਥਲੇ 'ਚ ਕੋਈ ਇੱਕ ਮਰਲਾ ਵੀ ਆਪਣੀ ਪ੍ਰਾਪਰਟੀ ਨਹੀਂ ਗੀ, ਕੋਈ ਸਰੋਕਾਰ ਨਹੀਂ ਕਪੂਰਥਲੇ ਦੇ ਨਾਲ, ਲੇਕਿਨ ਕਿਉਂਕਿ ਪੈਸੇ ਦੇ ਵਿੱਚ ਜ਼ੋਰ ਨਾਲ ਰਾਜਨੀਤੀ ਕਰਨਾ ਜਾਣਦੇ ਨੇ, ਇਸ ਲਈ ਅੱਡਾ ਗੱਡਾ ਬਣ ਗਿਆ। ਇਸੇ ਤਰ੍ਹਾਂ ਹੀ ਅਕਾਲੀਆਂ ਨੇ ਦੀਪ ਮਲਹੋਤਰੇ ਵਰਗੇ ਸ਼ਰਾਬ ਦੇ ਕਾਰੋਬਾਰੀ, ਜਿਨ੍ਹਾਂ ਦਾ ਕੋਈ ਲੋਕਾਂ ਦੇ ਇਸ਼ੂਜ਼ ਨਾਲ, ਪੰਜਾਬ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਸੀਗਾ, ਉਹ ਫਰੀਦਕੋਟ 'ਚ ਵਾੜਤੇ। NK ਸ਼ਰਮਾ ਇੱਕ ਮਾਫੀਆ ਟਾਈਪ ਆਦਮੀ, ਰੀਅਲ ਏਸਟੇਟ ਬਹੁਤ ਵੱਡਾ ਉਹਦਾ ਕਾਰੋਬਾਰ ਆ, ਬਿਲਡਿੰਗਸ ਦਾ ਤੇ ਦੂਜਾ ਤੀਜਾ ਵੱਡੀਆਂ ਕੰਪਨੀਆਂ, ਸੈਂਕੜੇ ਕਰੋੜਾਂ ਦਾ, ਚੰਡੀਗੜ੍ਹ ਜ਼ੀਰਕਪੁਰ ਦੇ ਆਲੇ ਦੁਆਲੇ, ਉਸ ਨੂੰ ਉਹਨਾਂ ਨੇ ਜ਼ੀਰਕਪੁਰ ਵਾੜਤਾ ਸੁਖਬੀਰ ਬਾਦਲ ਨੇ, ਬਲਕਿ ਉਹਦਾ ਟ੍ਰੇਜਰਰ ਵੀ ਹੈ ਅਕਾਲੀਆਂ ਦਾ। ਤੁਸੀਂ ਅੰਦਾਜ਼ਾ ਲਾ ਸਕਦੇ ਟ੍ਰੇਜਰਰ ਦਾ ਮਤਲਬ ਕੀ ਹੁੰਦਾ। ਇਸ ਤਰ੍ਹਾਂ ਦੇ ਕਈ ਹੋਰ ਆਦਮੀ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜ਼ਿਆਦਾ, ਦੋਨੋਂ ਪਾਰਟੀਆਂ ਨੇ ਬਹੁਤ ਅਮੀਰ ਆਦਮੀਆਂ ਨੂੰ ਵਾੜ ਦਿੱਤਾ। ਔਰ ਅੱਜ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਨੇ, ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ, ਜਿੱਥੇ ਤਾਂ ਕੋਈ ਬਹੁਤੀ ਲੜਾਈ ਨਹੀਂ ਗਈ, ਉੱਥੇ ਤਾਂ ਸ਼ਾਇਦ ਕਰੋੜ 2-3 ਕਰੋੜ ਰੁਪਏ ਦੇ ਨਾਲ ਸੜ ਜਾਵੇ, ਲੇਕਿਨ ਜਿੱਥੇ ਤਿੱਖੀ ਲੜਾਈ ਮੰਨੀ ਜਾਂਦੀ ਆ, ਜਿੱਥੇ ਕੋਈ ਅੱਜ ਜਿੱਦਾਂ ਦੇ ਅਮੀਰ ਆਦਮੀਆਂ ਦਾ ਮੈਂ ਨਾਮ ਲਿਆ, ਇਹ 10-10 15-15 ਕਰੋੜ ਰੁਪਏ ਦਾ ਬਜਟ ਰੱਖੀ ਬੈਠੇ ਨੇ ਕਿ ਅਸੀਂ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਕਿੱਦਾਂ ਲੋਕਾਂ ਨੂੰ ਪੈਸੇ ਵੰਡਣੇ ਨੇ, ਸ਼ਰਾਬਾਂ ਵੰਡਣੀਆਂ ਵਾ, ਨਸ਼ੇ ਵੰਡਣੇ ਆ, ਪਤਾ ਨਹੀਂ ਭਾਂਡੇ ਵੰਡਣੇ ਆ, ਹਰ ਕਿਸਮ ਦੀ ਗੱਲ ਵੰਡ ਕੇ ਤੇ ਲੋਕਾਂ ਨੂੰ ਇੱਕ ਕਿਸਮ ਦਾ ਉਹਨਾਂ ਦੀ ਐਕਸਪਲੋਇਟੇਸ਼ਨ ਕਰਕੇ ਇਹ ਵੋਟਾਂ ਨੂੰ ਪ੍ਰਭਾਵਿਤ ਕਰ ਦਿੰਦੇ ਨੇ। ਔਰ ਇਹ ਜਿਹੜਾ ਇਹਦਾ ਮੁੱਢ ਜਿਹੜਾ ਬੰਨਿਆ ਸੀਗਾ, ਉਹ ਫਿਰ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਇਹਦਾ ਮੁੱਢ ਵੀ ਤਾਕਤਵਰ ਫਿਊਡਲ ਫੈਮਿਲੀਜ਼ ਪੰਜਾਬ ਦੀਆਂ, ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਜਦ ਪੰਜਾਬ ਦੇ ਵਿੱਚ ਕੋਈ ਚੋਣਾਂ ਦੇ ਵਿੱਚ ਪੈਸੇ ਨਹੀਂ ਸੀ ਖਰਚਦਾ ਬਿਲਕੁਲ ਵੀ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੇ ਮਾਲਵੇ ਦੇ ਹਲਕੇ ਵਿੱਚ, ਚਾਹੇ ਉਹ ਲੰਬੀ ਸੀ ਤੇ ਚਾਹੇ ਉਹ ਗਿੱਦੜਬਾਹ ਸੀ, ਜਾਂ ਇਹਨਾਂ ਦਾ ਪੁਰਾਣਾ ਹਲਕਾ ਜਿੱਥੋਂ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਤੇ ਹਰਚਰਨ ਸਿੰਘ ਬਰਾੜ ਦੇ ਆਪਸ ਵਿੱਚ
ਚੋਣ ਹੋਈ ਸੀ। ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਭਿੜੇ ਸੀ ਅਸੈਂਬਲੀ ਦੇ ਵਿੱਚ, ਔਰ ਉਦੋਂ ਜਦੋਂ ਭਿੜੇ ਤਾਂ ਕਾਫੀ ਉਹ ਗਹਿ ਗੱਚ ਲੜਾਈ ਹੋਈ, ਥੋੜੇ ਫਰਕ ਦੇ ਨਾਲ ਉਹਦਾ ਜਿੱਤ ਹਾਰ ਦਾ ਫੈਸਲਾ ਹੋਇਆ। ਤੇ ਉਸ ਤੋਂ ਬਾਅਦ ਇੱਕ ਤਾਂ ਇਹਨਾਂ ਦੋਨਾਂ ਪਰਿਵਾਰਾਂ ਨੇ, ਤਾਕਤਵਰ ਫੈਮਲੀਜ਼ ਨੇ, ਕਾਂਗਰਸ ਤੇ ਅਕਾਲੀ ਦਲ ਨੇ ਫੈਸਲਾ ਕਰ ਲਿਆ ਕਿ ਸਾਰਾ ਮੈਦਾਨ ਪੰਜਾਬ ਦਾ ਪਿਆ ਇੱਕ ਦੂਜੇ ਲੜਨ ਵਾਸਤੇ, ਆਪਾਂ ਇੱਕ ਦੂਜੇ ਦੇ ਖਿਲਾਫ ਕਿਉਂ ਲੜਦੇ ਆ। ਤੁਸੀਂ ਬਰਾੜ ਸਾਹਿਬ ਕੋਈ ਹੋਰ ਹਲਕਾ ਚੁਣ ਲਓ ਮੁਕਤਸਰ ਵਰਗਾ, ਤੇ ਅਸੀਂ ਆਪਣੇ ਲੰਬੀ ਤੇ ਗਿੱਦੜਬਾਹੇ ਚੋਂ ਲੜੀ ਚੱਲਾਂਗੇ। ਅੰਡਰਸਟੈਂਡਿੰਗ ਵੀ ਹੋਗੀ। ਔਰ ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਵੀ ਬਾਦਲ ਦਾ ਟੱਬਰ ਅਰਸੇ ਤੋਂ ਲੰਬੀ ਤੇ ਗਿੱਦੜਬਾਹੇ ਹਲਕੇ ਦੇ ਵਿੱਚ ਹਰ ਕਿਸਮ ਦੇ ਪੈਸੇ ਵੰਡਦਾ। ਪਿਛਲੀ ਵਾਰ ਤਾਂ ਹਨੇਰੀ ਲਿਆਤੀ ਉਹਨਾਂ ਨੇ, ਮੇਰੇ ਖਿਆਲ ਬਾਦਲ ਦੇ ਹਲਕੇ ਦੇ ਵਿੱਚ, ਮੈਂ ਗਲਤ ਨਾ ਹੋਵਾਂ, ਬਾਕੀ ਹਲਕਿਆਂ 'ਚ ਤਾਂ ਘੱਟ ਸੀਗਾ, ਲੇਕਿਨ ਇੱਥੇ ਤਾਂ ਛੋਟੇ ਕਿਸਾਨਾਂ ਦੇ ਜਿਹੜੇ ਕੋਆਪਰੇਟਿਵ ਬੈਂਕਾਂ ਦੇ ਕਰਜ਼ੇ ਲਾਉਣ ਤੱਕ ਜਾਂਦੇ ਨੇ, ਛੋਟੇ ਮੋਟੇ ਔਜ਼ਾਰ ਇੰਪਲੀਮੈਂਟਸ ਜਿਹੜੇ ਐਗਰੀਕਲਚਰ ਨੇ ਉਹਨਾਂ ਦੇ ਕਰਜ਼ੇ ਲਾਉਣ ਤੱਕ ਜਾਂਦੇ ਨੇ। ਹਰ ਕਿਸਮ ਦੀ ਬਰਾਈਬਰੀ ਜਿਹੜੀ ਆ ਬਾਦਲ ਦੇ ਟੱਬਰ ਨੇ, ਇਹਨਾਂ ਨੇ ਕਾਫੀ ਦੇਰ ਤੋਂ ਸ਼ੁਰੂ ਕੀਤੀ ਹੋਈ ਸੀ ਲੰਬੀ ਦੇ ਹਲਕੇ ਦੇ ਵਿੱਚ। ਔਰ ਉਸ ਤੋਂ ਬਾਅਦ ਫਿਰ ਜਦੋਂ ਦਾ ਸੁਖਬੀਰ ਬਾਦਲ ਆਇਆ, ਉਸ ਨੇ ਇਸ ਨੂੰ ਰੈਪਲੀਕੇਟ ਕਰ ਦਿੱਤਾ ਸਾਰੇ ਪੰਜਾਬ ਦੇ ਵਿੱਚ, ਜਿਹੜਾ ਪੈਸੇ ਦੀ ਖਰੀਦੋ ਫਰੋਖਤ, ਪੈਸੇ ਨਾਲ ਵੋਟਾਂ ਖਰੀਦਣੀਆਂ। ਔਰ ਇਹਦੇ ਵਿੱਚ ਫਿਰ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ। ਦੋਨਾਂ ਪਾਰਟੀਆਂ ਨੇ ਅੱਜ ਪੰਜਾਬ ਦਾ ਜਿਹੜਾ ਇਲੈਕਟੋਰਲ ਪੋਲਿਟਿਕਸ ਜਿਹੜੀ ਮੈਂ ਗੱਲ ਕਰ ਰਿਹਾ ਵਾਂ, ਉਹ ਇੰਨੀ ਬੁਰੀ ਤਰ੍ਹਾਂ ਪੋਲਿਊਟ ਕਰਤੀ ਕਿ ਆਮ ਆਦਮੀ ਜਿਹੜਾ ਉਹ ਇਲੈਕਸ਼ਨ ਲੜਨ ਬਾਰੇ ਸੋਚ ਵੀ ਨਹੀਂ ਸਕਦਾ। ਐਮਐਲਏ ਦੀ ਇਲੈਕਸ਼ਨ ਤਾਂ ਕੀ ਲੜਨੀ ਸੋਚਣੀ ਕਿਸੇ ਅੱਛੇ ਆਦਮੀ ਨੇ। ਪਿੰਡਾਂ 'ਚ ਸਰਪੰਚਾਂ ਦੀ ਇਲੈਕਸ਼ਨ ਜਿਹੜੀ ਆ ਉਹ ਆਮ ਜਿਹੜੇ ਦੁਆਬੇ ਵਿੱਚ ਸਾਡੇ ਇੱਕ ਲੱਖਣ ਕੇ ਪੱਡੇ ਬੜਾ ਵੱਡਾ ਪਿੰਡ ਆ, ਉੱਥੇ 25-25 30-30 ਲੱਖ ਰੁਪਈਆ ਇਲੈਕਸ਼ਨਾਂ ਦੇ ਸਰਪੰਚੀ ਤੇ ਲੱਗਣ ਲੱਗ ਗਿਆ, ਪੰਚੀਆਂ ਤੇ ਲੱਖਾਂ ਰੁਪਏ ਲੱਗਣ ਲੱਗ ਗਿਆ। ਨਤੀਜਾ ਇਹ ਹੋਇਆ ਕਿ ਜਿਹੜੇ ਲੋਕ ਅੱਛੇ ਆਦਮੀ ਸੀ, ਜਿਹੜੇ ਓਨੈਸਟ ਆਦਮੀ ਸੀ ਜ਼ਿੰਦਗੀ, ਜਿੱਦਾਂ ਲੈਟਸ ਸੇ ਕੋਈ ਟੀਚਰ ਰਿਟਾਇਰ ਹੋ ਕੇ ਪਿੰਡ ਵਿੱਚ ਸੈਟਲ ਹੋਇਆ, ਉਹਦਾ ਦਿਲ ਕੀਤਾ ਕਿ ਮੈਂ ਆਪਣੀ ਗ੍ਰਾਮ ਪੰਚਾਇਤ ਦੀ ਇਲੈਕਸ਼ਨ ਲੜਾਂ, ਮੈਂ ਆਪਣੇ ਪਿੰਡ ਦਾ ਸੁਧਾਰ ਕਰਾਂ। ਬਟ ਇਟ ਬਿਕੇਮ ਹਾਈਲੀ ਇੰਪੋਸੀਬਲ। ਉਹ ਟੀਚਰ ਨੂੰ ਜਿਹੜੀ ਸਾਰੀ ਉਹਦੀ ਜ਼ਿੰਦਗੀ ਦੀ ਕਮਾਈ ਦੀ ਪੈਨਸ਼ਨ ਵਗੈਰਾ ਦਾ ਜਿਹੜਾ ਬੈਨੀਫਿਟ ਸੀਗਾ, ਉਹ ਫਰਜ਼ ਕਰੋ 10-15 ਲੱਖ ਰੁਪਇਆ ਬਣਿਆ, ਤਾਂ ਉਹਦੇ 'ਚੋਂ ਉਹ ਲੱਖਾਂ ਰੁਪਏ ਖਰਚ ਕੇ ਸਰਪੰਚ ਜਾਂ ਪੰਚ ਦੀ ਇਲੈਕਸ਼ਨ ਲੜੇ ਤਾਂ ਉਹ ਡਰ ਗਿਆ ਉੱਥੋਂ। ਇਸੇ ਤਰ੍ਹਾਂ ਹੀ ਜਿਹੜੇ ਆਮ ਅੱਛੇ ਕਿਸਾਨ ਇਮਾਨ, ਕਿਉਂਕਿ ਕਿਸਾਨੀ ਦੇ ਵਿੱਚ ਤਾਂ ਕੋਈ ਠੱਗੀ ਟੋਰੀ ਹੈ ਹੀ ਨਹੀਂ ਗੀ, ਜਿਹੜੇ ਚੰਗੇ ਬੰਦੇ ਸੀ ਉਹ ਸਾਰੀਆਂ ਇਲੈਕਸ਼ਨ ਦੇ ਵਿੱਚੋਂ ਪ੍ਰਕਿਰਿਆ 'ਚੋਂ ਹੌਲੀ-ਹੌਲੀ ਬਾਹਰ ਹੁੰਦੇ ਗਏ। ਥੱਲਿਓਂ ਵੀ ਲੀਡਰਸ਼ਿਪ ਗਲਤ ਇਮਰਜ ਹੋ ਗਈ। ਜਿਹੜੇ ਲੋਕ ਬਾਹੂਬਲੀ ਸੀਗੇ, ਜਿਨ੍ਹਾਂ ਦੇ ਕੋਲ ਪੈਸੇ ਸੀਗੇ, ਤਾਕਤਵਰ ਸੀਗੇ, ਲੱਠਮਾਰ ਸੀਗੇ, ਪੰਚਾਇਤਾਂ ਤੇ ਪਿੰਡਾਂ ਪੱਧਰ ਦੇ ਉੱਤੇ ਉਹਨਾਂ ਦਾ ਜ਼ੋਰ ਚੱਲਣ ਲੱਗ ਗਿਆ। ਔਰ ਇਸੇ ਤਰ੍ਹਾਂ ਹੀ ਅਸੈਂਬਲੀਆਂ ਦੇ ਵਿੱਚ ਆਣ ਕੇ ਉੱਤੇ ਜਿਹੜੇ ਲੋਕ, ਮੈਂ ਜਿੱਦਾਂ ਕਿਹਾ ਕਿ ਜਿਨ੍ਹਾਂ ਦਾ ਕੋਈ ਸਰੋਕਾਰ ਹੀ ਨਹੀਂ ਸੀਗਾ, ਆਈ ਕੈਨ ਨੇਮ ਸੋ ਮੈਨੀ ਆਫ ਦੀਜ਼, ਆਈ ਥਿੰਕ ਸਰੂਪ ਚੰਦ ਸਿੰਗਲਾ ਫਰੋਮ ਬਠਿੰਡਾ, ਕੋਈ ਇੱਕ ਪ੍ਰੇਮ ਮਿੱਤਲ ਲੁਧਿਆਣਿਓਂ ਉੱਠਿਆ, ਮਾਨਸੇ ਜਾ ਕੇ ਇਲੈਕਸ਼ਨ ਲੜੀ, ਉੱਥੋਂ ਜਿੱਤ ਗਿਆ। ਕਿੰਨੇ ਹੀ ਉਦਾਹਰਨ ਤੁਹਾਨੂੰ ਮੈਂ ਗਿਣਾ ਸਕਦਾ ਵਾਂ। ਔਰ ਇਹਦੇ ਨਾਲ ਕੀ ਹੋਇਆ ਕਿ ਇਹ ਸਾਰੀ ਜਿਹੜੀ ਚੋਣ ਪ੍ਰਣਾਲੀ ਸੀਗੀ, ਇਹਦੇ 'ਚ ਜਦੋਂ ਇਹਦੇ 'ਚ ਕਰਪਟ ਪ੍ਰੈਕਟਿਸਿਸ ਆ ਗਈਆਂ, ਤੇ ਫਿਰ ਸਿਰਫ ਉਹੀ ਆਦਮੀ ਲੜ ਸਕਦੇ ਨਾ ਜਿਨ੍ਹਾਂ ਦੇ ਕੋਲ ਬਹੁਤ ਪੈਸੇ ਨੇ, ਜਿਹੜੇ ਲੋਕ ਜਾ ਕੇ ਵੋਟਾਂ ਖਰੀਦ ਸਕਦੇ ਨੇ, ਜਿਹੜੇ ਲੋਕਾਂ ਨੂੰ ਕਰ ਸਕਦੇ ਨੇ, ਕਰਪਟ ਕਰ ਸਕਦੇ ਨੇ, ਉਹੀ ਲੋਕ ਜਿੱਤਣਗੇ ਨਾ ਆਣ ਕੇ। ਜਿਹੜੇ ਆਦਮੀ ਕੋਲ ਪੈਸੇ ਹੀ ਹੈ ਨਹੀਂ, ਫਰਜ਼ ਕਰੋ ਲੈਟਸ ਪ੍ਰਜ਼ੂਮ ਇੱਕ ਕੋਈ ਐਗਰੀਕਲਚਰ ਯੂਨੀਵਰਸਿਟੀ 'ਚੋਂ ਕੋਈ ਲੈਕਚਰਰ ਰਿਟਾਇਰ ਹੋਇਆ, ਬਹੁਤ ਇਮਾਨਦਾਰ ਆ, ਕੈਨ ਹੀ ਐਵਰ ਥਿੰਕ, ਉਹ ਚਾਹੁੰਦਾ ਵਾ ਕਿ ਮੈਂ ਆਪਣੀ ਖੇਤੀ ਨੂੰ ਸੁਧਾਰਾਂ, ਪੰਜਾਬ ਦੇ ਵਿੱਚ ਕੁਝ ਇੰਪਰੂਵਮੈਂਟ ਕਰਾਂ, ਕੈਨ ਹੀ ਐਵਰ ਥਿੰਕ ਟੂ ਬਿਕਮ ਐਨ ਐਮਐਲਏ ਇਨ ਪੰਜਾਬ। ਇਸ ਲਈ ਮੈਂ ਸਾਰੇ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ, ਜਿੱਥੇ ਵੀ ਤੁਸੀਂ ਬੈਠੇ ਹੋ, ਇਹ ਇੱਕ ਬਹੁਤ ਵੱਡਾ ਇਮਤਿਹਾਨ ਹੈ 2017 ਦੇ ਵਿੱਚ। ਔਰ ਇਹ ਕੰਮ ਜਿਹੜਾ ਇਹ ਕੋੜ ਆ ਪੈਸੇ ਦਾ ਵਧੀ ਜਾਂਦਾ, ਇਹਦਾ ਪਤਾ ਨਹੀਂ ਅੰਤ ਕਿੱਥੇ ਹੋਊਗਾ। ਔਰ ਇਹ ਜਿਹੜੇ ਲੋਕ ਵੱਡੇ ਤਾਕਤਵਰ ਮਤ ਸਮਝਣਾ ਇਹ ਸੇਵਾ ਕਰਨ ਆਏ ਨੇ ਪੰਜਾਬ ਦੇ ਵਿੱਚ, ਚਾਹੇ ਉਹ ਸੁਖਬੀਰ ਬਾਦਲ ਹੈ, ਚਾਹੇ ਵੱਡਾ ਬਾਦਲ ਹੈ, ਚਾਹੇ ਰਾਣੇ ਗੁਰਜੀਤ ਹੁਣੀ, ਤੇ ਮੈਂ ਕਹਿੰਦਾ NK ਸ਼ਰਮਾ ਤੇ ਦੀਪ ਮਲਹੋਤਰੇ ਵਰਗੇ, ਇਹ ਸਾਰਿਆਂ ਨੇ ਪੋਲਿਟਿਕਸ ਨੂੰ ਇਨਵੈਸਟਮੈਂਟ ਤੇ ਰਿਟਰਨ ਬਣਾਇਆ, ਤਜਾਰਤ ਬਣਾਇਆ ਹੋਇਆ ਅੱਜ ਦੀ ਡੇਟ ਵਿੱਚ। ਇਹ ਇਨਵੈਸਟਰ ਨੇ, ਇਹ ਜਦੋਂ ਕਿਸੇ ਇਲੈਕਸ਼ਨ ਵਿੱਚ ਆਣ ਕੇ ਫਰਜ਼ ਕਰੋ 10 ਕਰੋੜ ਰੁਪਇਆ ਇਨਵੈਸਟ ਕਰਨਗੇ, ਤਾਂ ਇਹ ਜਿੱਦਣ ਕਿਤੇ ਗਵਰਨਮੈਂਟ ਬਣ ਜੂਗੀ, ਇਹ 10 ਦਾ 100 ਕਰੋੜ ਰੁਪਇਆ ਕੱਢਣਗੇ। ਤੁਹਾਡੇ ਸਾਹਮਣੇ ਆ NK ਸ਼ਰਮਾ ਦਾ ਬਿਜ਼ਨਸ, ਜਾ ਕੇ ਤੁਸੀਂ ਦੇਖ ਲਓ। ਹੀ ਹੈਜ਼ ਫਲਾਊਟਡ ਐਵਰੀ ਇਨਵਾਇਰਨਮੈਂਟ ਦਾ ਜਿਹੜੇ ਨੋਰਮਸ ਬਣੇ ਨੇ, ਸਾਡੇ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਹੈ ਸਾਡਾ ਬਣਿਆ ਹੋਇਆ ਇੰਡੀਆ ਦਾ, ਉਹਦੀਆਂ ਧੱਜੀਆਂ ਉਡਾ ਕੇ ਮੈਂ ਉਸ ਨੂੰ ਲੜਿਆ ਉਹਦੇ ਖਿਲਾਫ। ਔਰ ਮੈਂ 2 ਪਰਚੇ ਉਹਦੇ ਖਿਲਾਫ EPA ਦੇ ਤਹਿਤ, ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਤਹਿਤ ਡੇਰਾਬੱਸੀ ਦੀ ਅਦਾਲਤ ਵਿੱਚ ਦਰਜ ਕਰਾਏ ਨੇ। ਉਸਨੇ ਆਪਣੇ ਵਪਾਰ ਨੂੰ MLA ਬਣਨ ਤੋਂ ਬਾਅਦ, ਸੁਖਬੀਰ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ, ਕਈ ਗੁਣਾ ਉਸਨੇ ਆਪਣੇ ਵਪਾਰ ਨੂੰ ਇਨਕਰੀਜ਼ ਕਰ ਲਿਆ। ਸਿਮਿਲਰਲੀ ਅਦਰ ਪੀਪਲ, ਰਾਣਾ ਗੁਰਜੀਤ ਦਾ ਹੁਣ ਜਿਹੜਾ ਸ਼ੂਗਰ ਮਿਲ ਆ, ਅੱਜ ਵੀ ਸ਼ੂਗਰ ਮਿਲਾਂ ਦੇ ਕੋਲੋਂ ਜਿਹੜੀਆਂ 7 ਪ੍ਰਾਈਵੇਟ ਸ਼ੂਗਰ ਮਿਲਸ ਨੇ ਪੰਜਾਬ ਦੇ ਵਿੱਚ, ਇਹਨਾਂ ਸਾਰਿਆਂ ਨੇ ਅੱਜ 223 ਕਰੋੜ ਰੁਪਇਆ ਏਰੀਅਰਸ ਦੇਣੇ ਪੰਜਾਬ ਦੇ ਕਿਸਾਨਾਂ ਨੂੰ। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਗੰਨੇ ਦੀ ਕੀਮਤ ਇਸ ਸੀਜ਼ਨ ਦੀ ਜਿਹੜੀ ਸੀਗੀ ਉਹ 295 ਰੁਪਏ ਫੀ ਕੁਇੰਟਲ ਫਿਕਸ ਹੋਈ ਸੀਗੀ।
ਲੇਕਿਨ ਉਹਦੇ ਚੋਂ 50 ਰੁਪਏ ਕੁਇੰਟਲ ਦੇ ਏਰੀਅਰਸ ਹਲੇ ਤਾਈਂ ਇਹਨਾਂ ਮਿੱਲਾਂ ਦੇ ਕਿਸਾਨਾਂ ਨੂੰ ਦਿੱਤੇ ਨਹੀਂ। ਸਾਰੇ ਪੰਜਾਬ ਦੇ ਕਿਸਾਨ ਜਾਣਦੇ ਨੇ, ਧਰਨੇ ਲੱਗਦੇ ਨੇ, ਮੁਜ਼ਾਹਰੇ ਹੋ ਰਹੇ ਨੇ। ਔਰ ਬਾਦਲ ਜਿਹੜਾ ਹੀ ਇਜ਼ ਗੋਇੰਗ ਵੈਰੀ ਸੌਫਟ ਔਨ ਦਿਸ ਸ਼ੂਗਰ ਮਿਲ ਆਪਰੇਟਰਸ ਬਿਕੋਜ਼ ਸਾਰੇ ਰਲੇ ਮਿਲੇ ਨੇ, ਉਹਨਾਂ ਦੀ ਆਪਣੀ ਵੀ ਸ਼ੂਗਰ ਮਿਲ ਵਿੱਚ ਇੰਟਰਸਟ ਹੈ। ਜਰਨੈਲ ਸਿੰਘ ਵਾਹਦ ਉਹਦੇ ਕੋਲ ਫਗਵਾੜੇ ਦੀ ਸ਼ੂਗਰ ਮਿਲ ਹੈ, ਉਹਦੇ 'ਚ ਲੋਕ ਕਹਿੰਦੇ ਨੇ ਕਿ ਸੁਖਬੀਰ ਬਾਦਲ ਦਾ ਵੀ ਬੇਨਾਮੀ ਹਿੱਸਾ ਜਰਨੈਲ ਸਿੰਘ ਵਾਹਦ ਦੀ ਮਿਲ ਫਗਵਾੜੇ ਵਾਲੀ ਵਿੱਚ ਵੀ। ਸੋ ਰਾਣਾ ਗੁਰਜੀਤ MLA ਹੋਣ ਕਰਕੇ ਉਹਨੂੰ ਕੋਈ ਹੱਥ ਨਹੀਂ ਲਾ ਸਕਦਾ। ਉਹਨੇ ਕਰੋੜਾਂ ਰੁਪਏ ਕਿਸਾਨਾਂ ਦੇ ਜਿਹੜੇ ਏਰੀਅਰਸ ਨੇ ਗੰਨੇ ਦੇ ਉਹ ਦੇਣੇ ਨੇ। ਇਸ ਤੋਂ ਇਲਾਵਾ ਜਦੋਂ ਇਹ ਤਾਕਤਵਰ ਆਦਮੀ ਪੈਸੇ ਖਰਚ ਕੇ ਅਸੈਂਬਲੀ 'ਚ ਪਹੁੰਚ ਜਾਂਦੇ ਨੇ, ਦੇ ਬਿਕਮ ਲਾਅ ਮੇਕਰਸ। ਇਹਨਾਂ ਨੇ ਹੀ ਕਾਨੂੰਨ ਬਣਾਉਣੇ ਨੇ, ਇਹਨਾਂ ਨੇ ਹੀ ਪੰਜਾਬ ਦੇ ਸਾਰੇ ਜਿਹੜਾ ਸਿਸਟਮ ਨੂੰ ਸੰਭਾਲਣਾ ਵਾ, ਤੇ ਇਹ ਪਹਿਲਾਂ ਆਪਣੇ ਆਪਣੇ ਵਪਾਰ ਨੂੰ ਦੇਖਦੇ ਨੇ। ਔਰ ਕਈ ਵਾਰ ਤਾਂ ਵਜ਼ਾਰਤਾਂ ਵੀ ਮੰਗ ਕੇ ਇਹੋ ਜਿਹੀਆਂ ਲੈਂਦੇ ਨੇ ਕਿ ਜਿਹੜੇ ਇਹਨਾਂ ਦੇ ਵਪਾਰ ਨੂੰ ਸੂਟ ਕਰਦੀਆਂ ਹੋਣ। ਫਿਰ ਇਹ ਜਿਹੜਾ ਇਹਨਾਂ ਨੇ 10 ਕਰੋੜ ਦੀ ਇਨਵੈਸਟਮੈਂਟ ਕੀਤੀ ਹੁੰਦੀ ਇਲੈਕਸ਼ਨ ਦੇ ਵਿੱਚ, ਉਹਨੂੰ 100 ਕਰੋੜ 150 ਕਰੋੜ 200 ਕਰੋੜ ਰੁਪਏ ਦੇ ਨਾਲ ਇਹ ਰਿਟਰਨ ਲੈਂਦੇ ਨੇ। ਸੋ ਭੈਣੋ ਤੇ ਭਰਾਓ, ਇਹ ਸਾਰਾ ਸਿਸਟਮ ਜਿਹੜਾ ਵਾ, ਜੇ ਆਪਾਂ ਪੰਜਾਬ 'ਚ ਜਾਂ ਇੰਡੀਆ ਵਿੱਚ ਪੈਸੇ ਲੈ ਕੇ ਤੇ ਵੋਟਾਂ ਪਾਉਣ ਦਾ ਸਾਰਾ ਪ੍ਰਕਿਰਿਆ ਇਸ ਨੂੰ ਜਾਰੀ ਰੱਖਾਂਗੇ ਤਾਂ ਸਮਝ ਲਓ ਚੰਗੀ ਤਰ੍ਹਾਂ ਦੇ ਨਾਲ ਕਿ ਇਹ ਇੱਕ ਵਪਾਰ ਬਣਦਾ ਜਾ ਰਿਹਾ, ਬਿਜ਼ਨਸ ਬਣਦਾ ਜਾ ਰਿਹਾ। ਔਰ ਇੱਥੇ ਗਰੀਬਾਂ ਦੀ ਐਕਸਪਲੋਇਟੇਸ਼ਨ ਦਾ ਅੰਤ ਕੋਈ ਨਹੀਂ। ਥੋੜਾ ਸਮਾਂ ਪਹਿਲਾਂ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਨਾਲ, ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ। ਉਸਨੇ ਕਿਹਾ ਕਿ ਜਿਹੜਾ ਆਟੇ ਦਾਲ ਦੀਆਂ ਸਕੀਮਾਂ ਤੇ ਨਰੇਗਾ ਦੀਆਂ ਸਕੀਮਾਂ, ਇਹਨਾਂ ਨੇ ਲੋਕਾਂ ਨੂੰ ਭਿਖਾਰੀ ਬਣਾ ਦਿੱਤਾ। ਲੋਕਾਂ ਨੇ ਖਾਸ ਤੌਰ ਤੇ ਅਕਾਲੀਆਂ ਨੇ ਉਹਦੇ ਪੁਤਲੇ ਸੜਾਤੇ, ਮੁਜ਼ਾਹਰੇ ਕਰਾਤੇ। ਬਟ ਆਈ ਪਰਸਨਲੀ ਫੀਲ ਕਿ ਜੋ ਉਸਨੇ ਕਿਹਾ ਸੀ ਉਹਦੀ ਇੰਟੈਂਸ਼ਨ ਠੀਕ ਗੱਲ ਕਹਿੰਦੀ ਸੀ। ਉਹਦਾ ਕਹਿਣ ਦਾ ਮਤਲਬ ਸੀਗਾ ਕਿ ਗਰੀਬ ਆਦਮੀਆਂ ਨੂੰ ਇਲੈਕਸ਼ਨਾਂ ਦੇ ਨੇੜੇ ਜਾ ਕੇ, ਹੁਣ 3-4 ਮਹੀਨੇ ਰਹਿ ਗਏ ਨੇ, ਬੇਤਹਾਸ਼ਾ ਸਕੀਮਾਂ ਪਿੰਡਾਂ ਦੇ ਵਿੱਚ, ਟਾਇਲਟਸ ਦੇ ਟੋਏ ਪਟਾਏ ਜਾ ਰਹੇ ਨੇ ਘਰਾਂ ਦੇ ਵਿੱਚ, ਨੀਲੇ ਕਾਰਡ ਬਹੁਤ ਸਾਰੇ ਪੰਜਾਬ ਪਿਛਲੇ 6 ਮਹੀਨੇ ਤੋਂ ਵਧਾ ਦਿੱਤੇ ਗਏ ਨੇ, ਨਰੇਗਾ ਦੀਆਂ ਸਾਰੇ ਜੌਬ ਕਾਰਡ ਸਰਪੰਚ ਹਾਈਜੈਕ ਕਰਕੇ ਸਕੀਮ ਆਪਣੇ ਕੋਲ ਰੱਖੀ ਬੈਠੇ ਨੇ। ਗਰੀਬਾਂ ਨੂੰ ਕਹਿੰਦੇ ਨੇ ਜੇ ਨਰੇਗਾ ਦੀ ਪੇਮੈਂਟ ਲੈਣੀ ਆ ਤੇ ਆ ਦੇਖ ਲਾ ਚੋਣ ਨਿਸ਼ਾਨ ਅਕਾਲੀ ਦਲ ਦਾ, ਸਾਨੂੰ ਸਾਰੇ ਵੋਟਾਂ ਪਾਓਗੇ ਤਾਂ ਤੁਹਾਡੇ ਜੌਬ ਕਾਰਡਸ ਤੁਹਾਨੂੰ ਦਿਹਾੜੀਆਂ ਨਰੇਗਾ ਦੀ ਸਕੀਮ ਦੇ ਤਹਿਤ ਦੇ। ਹਾਲਾਂਕਿ ਸਿਰਫ 218 ਰੁਪਏ ਇਹ ਸਕੀਮ ਹੈ। ਸੋ ਜੋ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਸਾਨੂੰ ਭਿਖਾਰੀ ਬਣਾਇਆ ਪੰਜਾਬੀਆਂ ਨੂੰ, ਉਹ ਮੈਂ ਸਮਝਦਾ ਕਿ ਸਾਨੂੰ ਭਿਖਾਰੀ ਇਹ ਜਿਹੜੇ ਤਾਕਤਵਰ ਬਾਦਲ ਦੇ, ਮਜੀਠੀਆ ਦੇ ਟੱਬਰ, ਕੈਪਟਨ ਅਮਰਿੰਦਰ ਸਿੰਘ ਦੇ ਟੱਬਰ, ਰਾਣੇ ਗੁਰਜੀਤ ਤੇ NK ਸ਼ਰਮਾ ਤੇ ਦੀਪ ਮਲਹੋਤਰਾ, ਇਹਨਾਂ ਨੇ ਸਾਨੂੰ ਭਿਖਾਰੀ ਬਣਾਤਾ। ਇਹ 5 ਸਾਲ ਕੁਝ ਵੀ ਨਾ ਕਰਨ, ਅਸੈਂਬਲੀ 'ਚ ਕੋਈ ਜਾ ਕੇ ਬੋਲਦਾ ਨਹੀਂਗਾ। ਮੈਨੂੰ ਕਿਸੇ MLA ਦਾ ਰਿਕਾਰਡ ਕਢਾ ਕੇ ਅੱਛਾ ਦਿਖਾ ਦਿਓ ਇਹਨਾਂ ਨੇ ਕੋਈ ਅਸੈਂਬਲੀ ਦੀ ਪ੍ਰੋਸੀਡਿੰਗਸ ਵਿੱਚ ਪਾਰਟਿਸਿਪੇਸ਼ਨ ਕੀਤੀ ਹੋਵੇ, ਤੇ ਉੱਥੇ ਮਾਊ ਬਣ ਕੇ ਚੁੱਪ ਕਰਕੇ ਬੈਠੇ ਰਹਿੰਦੇ ਨੇ ਔਰ ਆਪਣੇ ਆਪਸ ਵਿੱਚ ਮਿਲੀ ਭੁਗਤ ਦੇ ਨਾਲ ਇੱਕ ਦੂਜੇ ਪਾਰਟੀਆਂ ਕੋਲੋਂ ਕੰਮ ਲੈਂਦੇ ਰਹਿੰਦੇ ਨੇ, ਸਿਕਿਉਰਿਟੀਆਂ ਲੈਂਦੇ ਨੇ, ਮਿੱਲਾਂ ਦੇ ਲਾਇਸੈਂਸ ਲੈਂਦੇ ਨੇ, ਬੱਸਾਂ ਦੇ ਇਹ ਪਰਮਿਟ ਲੈਂਦੇ ਨੇ, ਹਰ ਕਿਸਮ ਦਾ ਫਾਇਦਾ ਇੱਕ ਦੂਜੇ ਕੋਲੋਂ ਲੈਂਦੇ ਨੇ, ਅਸੈਂਬਲੀ 'ਚ ਬੋਲਦੇ ਨੇਗੇ। ਤੇ ਪੌਣੇ 5ਵੇਂ ਸਾਲ ਪਿੰਡਾਂ 'ਚ ਆਣ ਕੇ ਇਹਨਾਂ ਦੇ ਕੋਲ ਫਿਰ ਪੂਰਾ ਨੈਟਵਰਕਿੰਗ ਹੈਗਾ ਕਿ ਅਸੀਂ ਲੋਕਾਂ ਨੂੰ ਵੋਟਾਂ ਦੇ ਕੇ, ਪੈਸੇ ਦੇ ਕੇ ਕਿੱਦਾਂ ਖਰੀਦਣਾ। ਪਿਛਲੀ ਇਲੈਕਸ਼ਨ ਵਿੱਚ ਇਹਨਾਂ ਤਾਕਤਵਰ ਲੋਕਾਂ ਨੇ ਵੋਟਾਂ ਦਾ ਮੁੱਲ ਜਿਹੜਾ ਵਾ ਉਹ 5000 ਰੁਪਏ ਫੀ ਵੋਟ ਤੋਂ ਲੈ ਕੇ 10-10 ਹਜ਼ਾਰ ਰੁਪਏ ਫੀ ਵੋਟ ਤੱਕ ਲਾਇਆ ਹੋਇਆ ਵਾ, ਔਰ ਇਸ ਇਲੈਕਸ਼ਨ ਵਿੱਚ ਫਿਰ ਲਾਉਣਗੇ। ਔਰ ਮੈਂ ਵੋਟਰਸ ਨੂੰ ਅਪੀਲ ਕਰੂੰਗਾ ਕਿ ਜੇ ਆਪਾਂ ਐਨ ਵਕਤ ਤੇ ਆਣ ਕੇ 5 ਸਾਲ ਆਪਾਂ ਕੁੱਟ ਖਾਣੀ ਆ, 5 ਸਾਲ ਸਾਨੂੰ ਕੋਈ ਸਹੂਲਤ ਨਹੀਂ ਮਿਲਣੀ, 5 ਸਾਲ ਸਾਡਾ ਕੋਈ ਕਿਸੇ ਨੇ ਪੁੱਛ-ਗਿੱਛ ਨਹੀਂ ਕਰਨੀ, ਤੇ ਐਨ ਮੌਕੇ ਤੇ ਆਣ ਕੇ ਅਗਰ ਅਸੀਂ ਕੁਝ ਪੈਸੇ ਲੈ ਕੇ, ਕੁਝ ਸ਼ਰਾਬ ਦੀਆਂ ਬੋਤਲਾਂ ਲੈ ਕੇ ਵੋਟ ਪਾਉਣੀ ਆ, ਤਾਂ ਫਿਰ ਮੈਂ ਸਮਝਦਾ ਕਿ ਆਪਣੀ ਇਸ਼ੂਜ਼ ਕਦੀ ਵੀ ਰਿਜ਼ੋਲਵ ਨਹੀਂ ਹੋਣਗੇ। ਜਿਹੜੇ ਪੱਖਦੇ ਮਸਲੇ ਨੇ ਪੰਜਾਬ ਦੇ, ਚਾਹੇ ਉਹ ਨਸ਼ੇ ਆ, ਚਾਹੇ ਉਹ ਬੇਰੁਜ਼ਗਾਰੀ ਹੈ, ਚਾਹੇ ਉਹ ਸਕੂਲ ਦੀ ਐਜੂਕੇਸ਼ਨ ਢਹਿ ਢੇਰੀ ਹੋ ਗਈ, ਹੈਲਥ ਸਰਵਿਸਿਜ਼ ਖਤਮ ਹੋ ਗਈਆਂ, ਚਾਹੇ ਭ੍ਰਿਸ਼ਟਾਚਾਰ ਹੈ, ਚਾਹੇ ਉਹ ਅਰਾਜਕਤਾ ਪੰਜਾਬ ਦੇ ਵਿੱਚ, ਗੁੰਡਾਗਰਦੀ, ਬਦਮਾਸ਼ੀ, ਫਿਰ ਖਤਮ ਨਹੀਂ ਹੋਣਗੇ। ਕਿਉਂਕਿ ਵੋਟਰਸ ਨੇ ਜੇ ਥੋੜੇ ਜਿਹੇ ਪੈਸੇ ਲੈ ਕੇ ਤੇ ਆਪਣਾ ਮਨ ਬਣਾ ਕੇ ਤੇ ਦੂਜਿਆਂ ਨੂੰ ਫਿਰ ਜਿਤਾ ਦੇਣਾ, ਗਲਤ ਆਦਮੀਆਂ ਨੂੰ, ਤੇ ਫਿਰ ਰਿਪਰੈਜ਼ੈਂਟੇਸ਼ਨ ਹੀ ਨਹੀਂ ਆਉਣੀ ਵਿਧਾਨ ਸਭਾ ਦੇ ਵਿੱਚ, ਫਿਰ ਇਹਨਾਂ ਇਸ਼ੂਜ਼ ਨੂੰ ਕੌਣ ਠੀਕ ਕਰੂਗਾ। ਔਰ ਨਾਲ ਮੈਂ ਇਹ ਕਹਿਣਾ ਚਾਹੁੰਦਾ ਸੀ, ਜਿਹੜੀ ਭਗਵੰਤ ਮਾਨ ਦੀ ਗੱਲ ਨੂੰ ਮੈਂ ਫਿਰ ਇਸ ਕਰਕੇ ਰੀਇਟਰੇਟ ਕਰ ਰਿਹਾ ਕਿਉਂਕਿ ਉਹਦਾ ਅਕਾਲੀਆਂ ਨੇ ਉਸ ਦੀ ਸਾਰੀ ਲੌਜਿਕ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ। ਉਹ ਕਹਿੰਦਾ ਸੀਗਾ ਕਿ ਆਪਾਂ ਨੂੰ ਭਿਖਾਰੀ ਬਣਾਇਆ ਜਾ ਰਿਹਾ। ਮੈਂ ਬਿਲਕੁਲ ਉਹਦੇ ਨਾਲ ਸਹਿਮਤ ਇਸ ਕਰਕੇ ਹਾਂ ਕਿਉਂਕਿ ਲੈਟਸ ਪ੍ਰਜ਼ੂਮ ਆਪਾਂ ਨੂੰ ਸਹੂਲਤਾਂ ਗਰੀਬਾਂ ਨੂੰ ਕੀ ਦੇ ਰਹੀ ਹੈ ਗਵਰਨਮੈਂਟ, ਸਾਨੂੰ ਉਹ ਸਹੂਲਤ ਦੇ ਰਹੀ ਹੈ, ਇੱਕ ਆਟੇ ਦਾਲ ਦੇ ਰਾਸ਼ਨ ਦੀ ਦੇ ਰਹੀ ਗਰੀਬਾਂ ਨੂੰ। ਮੇਰੇ ਹਿਸਾਬ ਦੇ ਨਾਲ ਆਟੇ ਦਾਲ ਦੀ ਰਾਸ਼ਨ ਦੀ ਸਹੂਲਤ 500-600 ਰੁਪਏ ਮਹੀਨੇ ਤੋਂ ਜ਼ਿਆਦਾ ਦਾ ਫ੍ਰੀ ਸਹੂਲਤ ਨਹੀਂ ਗੀ, ਨਾਲ 500 ਰੁਪਏ ਪੈਨਸ਼ਨ ਵੀ ਲਾ ਲੈਣੇ। ਚਲੋ ਪਹਿਲਾਂ 250 ਸੀਗੀ ਪੈਨਸ਼ਨ ਮਹੀਨੇ ਦੀ, ਬਹੁਤ ਹਾਸੋਹੀਣੀ ਸੀ, ਲੇਕਿਨ 500 ਰੁਪਏ ਪੈਨਸ਼ਨ ਵੀ ਲਾ ਲੈਣੇ, 1000 ਰੁਪਇਆ ਹੋ ਗਿਆ ਮਹੀਨੇ ਦਾ ਜੀ, 1100 ਰੁਪਇਆ ਹੋ ਗਿਆ। ਤੇ ਲੈਟਸ ਪ੍ਰਜ਼ੂਮ 200 ਯੂਨਿਟ ਗਰੀਬਾਂ ਦੀ ਬਿਜਲੀ ਫ੍ਰੀ ਕੀਤੀ ਹੋਈ ਘਰਾਂ ਦੀ, 400-500 ਰੁਪਇਆ ਉਹ ਲਾ ਲਓ, 1500 ਰੁਪਏ ਮਹੀਨੇ ਦਾ ਹੋ ਗਿਆ। 500 ਰੁਪਇਆ ਆਪਾਂ ਹੋਰ ਲਾ ਲੈਣੇ ਕਿਸੇ ਗੱਲ ਦਾ, 2000 ਰੁਪਇਆ ਮਹੀਨਾ ਸਾਨੂੰ ਦੇ ਕੇ, ਯਾਨੀ ਕਿ ਸਾਲ ਵਿੱਚ 24000, ਯਾਨੀ ਕਿ 1000 ਹੋਰ ਇਹ 'ਚ ਐਡ ਕਰੋ, 25000 ਰੁਪਇਆ ਸਾਨੂੰ ਗਵਰਨਮੈਂਟ ਇਸ ਹੱਥ ਦਿੰਦੀ ਹੈ ਕਿਸੇ ਨਾ ਕਿਸੇ ਬਹਾਨੇ ਦੇ ਨਾਲ, ਸਾਨੂੰ ਇਨਫਲੂਐਂਸ ਕਰਨ ਦੇ ਨਾਲ। ਲੇਕਿਨ
ਜਦੋਂ ਸਾਡੇ ਪਰਿਵਾਰ 'ਚੋਂ ਕੋਈ ਬਿਮਾਰ ਹੋ ਜਾਂਦਾ, ਗਰੀਬ ਪਰਿਵਾਰ 'ਚੋਂ ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਗੁਰਦੇ ਖਰਾਬ ਹੋ ਗਏ, ਕਿਸੇ ਦਾ ਹਾਰਟ ਦੀ ਪ੍ਰੋਬਲਮ ਆ ਗਈ, ਜਦੋਂ ਹਸਪੀਟਲ ਗਰੀਬ ਆਦਮੀ ਜਾਂਦਾ, ਕਿਉਂਕਿ ਗਵਰਨਮੈਂਟ ਹਸਪੀਟਲ ਤਾਂ ਇਲਾਜ ਹੋਣਾ ਨਹੀਂ ਇਹਨਾਂ ਸੰਗੀਨ ਬਿਮਾਰੀਆਂ ਦਾ, ਜਦੋਂ ਪ੍ਰਾਈਵੇਟ ਹਸਪੀਟਲ ਵਿੱਚ ਜਾਂਦਾ 1 ਲੱਖ ਰੁਪਏ ਦਾ ਬਿੱਲ ਉਹਦੇ ਕੋਲੋਂ ਮਾੜੇ ਤੋਂ ਮਾੜਾ ਹਸਪਤਾਲ ਜਿਹੜਾ ਉਹ ਲੈ ਕੇ ਜਾਂਦੇ। ਇਹ 25,000 ਦਿੱਤਾ ਇੱਕ ਇਲਾਜ ਜਿਹੜੀ ਕਿ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਸੀ, ਕਿਉਂਕਿ ਉਹ ਇਲਾਜ ਗਵਰਨਮੈਂਟ ਕਰਾ ਨਹੀਂ ਸਕਦੀ, ਪ੍ਰਾਈਵੇਟ ਹਸਪੀਟਲ ਜਾਂਦਾ 1 ਲੱਖ 2 ਲੱਖ ਰੁਪਏ ਇੱਧਰੋਂ ਲੈ ਕੇ ਚਲ ਜਾਂਦੇ। ਸੋ 25 ਲੱਖ ਦੀ ਸਹੂਲਤ ਦਿੱਤੀ ਤੇ ਲੱਖ ਰੁਪਏ ਤੁਹਾਡੇ ਕੋਲੋਂ ਗਵਰਨਮੈਂਟ ਦੀ ਨਲਾਇਕੀ ਦੇ ਕਰਕੇ ਪ੍ਰਾਈਵੇਟ ਹਸਪੀਟਲ ਤੁਹਾਡੇ ਕੋਲ ਲੈ ਗਿਆ। ਐਜੂਕੇਸ਼ਨ ਵਿੱਚ ਸਾਡਾ ਬੱਚਾ ਪੜ੍ਹ ਕੇ ਕੁਝ ਬਣਨਾ ਚਾਹੁੰਦਾ, ਸਰਕਾਰੀ ਸਕੂਲਾਂ ਵਿੱਚ ਤਾਂ ਐਜੂਕੇਸ਼ਨ ਹੈ ਹੀ ਨਹੀਂ, ਸਾਨੂੰ 25,000 ਦੀ ਸਹੂਲਤ ਦਿੱਤੀ ਹੋਈ ਹੈ ਸਰਕਾਰ ਨੇ ਸਾਨੂੰ ਪ੍ਰਭਾਵਿਤ ਕਰਨ ਦੇ ਨਜ਼ਰੀਏ ਨਾਲ, ਲੇਕਿਨ ਸਾਡੇ ਬੱਚੇ ਨੂੰ ਕਿਸੇ ਅੱਛੇ ਐਜੂਕੇਸ਼ਨ ਅਦਾਰੇ ਵਿੱਚ 50,000 ਰੁਪਏ ਫੀਸ ਦੇਣੀ ਪੈਗੀ। 25,000 ਰੁਪਏ ਹੱਥ ਦਿੱਤਾ, 50,000 ਰੁਪਏ ਫੀਸ ਦੇ ਰਾਹੀਂ ਸਾਨੂੰ ਗਰੀਬਾਂ ਨੂੰ ਆਪਣਾ ਜਿਹੜਾ ਉਹ ਦੇਣਾ ਪੈ ਗਿਆ। ਸਿਮਿਲਰਲੀ ਹੋਰ ਬਹੁਤ ਚੀਜ਼ਾਂ ਨੇ, ਤੁਹਾਡੇ ਕੋਲ ਭ੍ਰਿਸ਼ਟਾਚਾਰ ਮੰਗਦੇ ਨੇ, ਤੁਸੀਂ 25,000 ਦੀ ਸਹੂਲਤ ਲਈ ਲੇਕਿਨ ਕਿਸੇ ਇੱਕ ਵੱਡੇ ਕੇਸ ਵਿੱਚ ਫਸ ਕੇ ਪੁਲਿਸ ਨੇ ਤੁਹਾਡੇ ਕੋਲੋਂ ਲੱਖ ਰੁਪਇਆ ਇੱਧਰਲੇ ਹੱਥ ਲੈ ਲਿਆ। ਸੋ ਕਹਿਣ ਤੋਂ ਭਾਵ ਕਿ ਸਾਨੂੰ ਜਿਹੜੀਆਂ ਸਹੂਲਤਾਂ ਦਿੰਦੇ ਨੇ ਉਹ ਬਹੁਤ ਥੋੜੀਆਂ ਨੇ, ਔਰ ਜਿਹੜੀਆਂ ਸਾਡੇ ਹਕੂਕ ਨੇ ਗਰੀਬਾਂ ਦੇ, like I was talking about education, like I'm talking about health care, like I'm talking about even veterinary health care, ਜਾਂ ਸਾਡੀ employment ਦੀ ਗੱਲ, ਉਹਨਾਂ ਦੇ ਮੁਕਾਬਲੇ ਤੇ ਇਹ ਜਿਹੜੀਆਂ ਫ੍ਰੀ ਸਹੂਲਤਾਂ ਇਹ ਬਹੁਤ ਥੋੜੀਆਂ ਨੇ। ਲੇਕਿਨ ਹੈਵਿੰਗ ਸੈਡ ਦੈਟ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਵਾਂ ਕਿ ਇਹ ਵੀ ਮਤ ਸਮਝਣਾ ਕਿ ਅਸੀਂ ਸਮਾਜ ਭਲਾਈ ਸਕੀਮਾਂ ਦੇ ਆਮ ਆਦਮੀ ਪਾਰਟੀ ਖਿਲਾਫ ਹੈ, ਬਿਲਕੁਲ ਗਲਤ ਪ੍ਰਚਾਰ ਹੈ। ਇਹ ਜਿਹੜਾ ਸਾਰਾ ਗਵਰਨਮੈਂਟ ਦਾ ਸਿਸਟਮ ਮੈਕੈਨਿਜ਼ਮ ਬਣਿਆ, ਇਹ ਕੋਈ ਗਵਰਨਮੈਂਟਾਂ ਮੁਨਾਫਾ ਕਮਾਉਣ ਵਾਸਤੇ ਨਹੀਂ ਬਣਦੀਆਂ। ਗਵਰਨਮੈਂਟਸ ਆਰ ਨਾਟ ਹੇਅਰ ਟੂ ਅਰਨ ਐਨੀ ਕਾਈਂਡ ਆਫ ਪ੍ਰੋਫਿਟ ਕਿ ਅਸੀਂ ਜੀ ਸਰਕਾਰ ਚਲਾਉਣੀ ਆ, ਅਸੀਂ ਮੁਨਾਫਾ ਬਣਾਉਣਾ ਤੇ ਆਪਣੀ ਤਿਜੋਰੀਆਂ ਭਰਨੀਆਂ। ਨੋ, ਗਵਰਨਮੈਂਟਾਂ ਦਾ ਮੁੱਢਲਾ ਕੰਮ ਜਿਹੜਾ ਹੈਗਾ ਵਾ ਦੈਟ ਇਜ਼ ਸੋਸ਼ਲ ਵੈਲਫੇਅਰ, ਸਮਾਜ ਭਲਾਈ ਦੀਆਂ ਸਕੀਮਾਂ। ਤਾਈਓ ਜਿਹੜੇ ਵਿਕਸਿਤ ਮੁਲਕ ਨੇ ਕੈਨੇਡਾ ਤੇ USA ਤੇ ਯੂਰਪ ਦੇ ਵਿੱਚ 올ਡ ਏਜ ਪੈਨਸ਼ਨ ਜਿਹੜੀ ਆ ਉਹ $1,000 ਆ, ਰਿਸਪੈਕਟੇਬਲ ਪੈਨਸ਼ਨ ਆ, ਐਜੂਕੇਸ਼ਨ ਫ੍ਰੀ ਆ, ਹੈਲਥ ਕੇਅਰ, ਭਾਵੇਂ ਕਿਸੇ ਨੂੰ ਕੈਂਸਰ ਹੋ ਜੇ, ਭਾਵੇਂ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋ ਜਾਏ, ਭਾਵੇਂ ਸਰਕਾਰ ਦਾ 1 ਕਰੋੜ ਰੁਪਈਆ ਲੱਗੇ, ਲੇਕਿਨ ਉਹ ਪੈਸਾ ਜਿਹੜਾ ਹੈਗਾ ਸਾਰਾ ਉਹ ਗਵਰਨਮੈਂਟ ਨੇ ਭਰਨਾ। ਇਹ ਤਾਂ ਹੋਈ ਨਾ ਸਮਾਜ ਭਲਾਈ ਦੀਆਂ ਸਕੀਮਾਂ। ਆਨਰੇਬਲ ਕਿ ਆਟਾ ਦਾਲ ਤੇ 250 ਰੁਪਈਆ ਪੈਨਸ਼ਨ ਤੇ 218 ਰੁਪਏ ਨਰੇਗਾ ਦੀ ਦਿਹਾੜੀ। ਮੈਂ ਦੇਖਦਾ ਪਿੰਡਾਂ ਦੇ ਵਿੱਚ ਗਰੀਬ ਔਰਤਾਂ ਜਿਹੜੇ ਮਿਹਨਤਕਸ਼ ਲੋਕ ਨੇ 8-8 ਘੰਟੇ ਤਪਦੀ ਧੁੱਪ ਦੇ ਵਿੱਚ ਕੰਮ ਕਰਦੇ, ਦੇਖਿਆ ਉਹਨਾਂ ਨੂੰ ਨਰੇਗਾ ਦੇ ਤਹਿਤ ਕਿੰਨੀ ਦਿਹਾੜੀ ਦਿੰਦੇ ਨੇ? 218 ਰੁਪਏ ਇੱਕ ਦਿਨ ਦੀ ਦਿਹਾੜੀ ਸਿਰਫ। ਉਹ ਵੀ ਆਸਾਨ ਕੀਤਾ ਜਾ ਰਿਹਾ ਸਰਪੰਚਾਂ ਵੱਲੋਂ, ਅਕਾਲੀ ਦਲ ਦੀ ਸਰਕਾਰ ਵੱਲੋਂ ਕਿ 218 ਰੁਪਏ ਤਾਂ ਦਿਆਂਗੇ ਜੇ ਸਾਨੂੰ ਤੁਸੀਂ ਵੋਟਾਂ ਪਾਓਗੇ। ਇਸ ਲਈ ਮੈਂ ਸਾਰੇ ਆਵਾਮ ਪਿੰਡਾਂ ਦੇ ਲੋਕਾਂ ਨੂੰ, ਖਾਸ ਤੌਰ ਤੇ ਪੰਜਾਬੀਆਂ ਨੂੰ ਜਿਹੜੇ ਪੰਜਾਬ ਵਿੱਚ ਹਾਜ਼ਰ ਨੇ, ਉਹਨਾਂ ਨੂੰ ਮੈਂ ਕਹੂੰਗਾ ਕਿ ਆਪਣੇ ਉੱਠੋ, ਜਾਗੋ, ਹਕੂਕ ਪਹਿਚਾਨੋ। ਇਹ ਜੋ ਕੁਝ ਸਾਨੂੰ ਦੇ ਰਹੇ ਨੇ ਸਾਡਾ ਅਧਿਕਾਰ ਹੈ, ਸਾਡੇ ਤੇ ਅਹਿਸਾਨ ਨਹੀਂ ਕਰ ਰਹੇ। ਜੇ ਸਾਨੂੰ ਕੋਈ ਫ੍ਰੀ ਚੀਜ਼ ਦਿੰਦੇ ਨੇ ਤਾਂ ਜਾਂ ਕੋਈ ਸਹੂਲਤ ਦਿੰਦੀ ਗਵਰਨਮੈਂਟ, ਉਹ ਸਾਡਾ ਅਧਿਕਾਰ ਆ। ਇਹ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸਾਰੀ ਦੁਨੀਆ ਵਿੱਚ ਚੱਲਦੀਆਂ ਨੇ, ਇਕੱਲਾ ਪੰਜਾਬ ਤੇ ਬਾਦਲ ਨਹੀਂ ਕਰ ਰਿਹਾ। ਬਾਦਲ ਨੇ ਉਲਟਾ ਸਗੋਂ ਆਹ ਸਾਰਾ ਪ੍ਰੋਪੇਗੈਂਡਾ ਰੇਡੀਓ ਤੇ ਅਖਬਾਰਾਂ 'ਚ ਐਂ ਪੇਸ਼ ਕੀਤਾ ਜਿੱਦਾਂ ਕਿ ਇਹ ਬਾਦਲ ਕਰ ਰਿਹਾ ਵਾ, ਨਾ ਕਿ ਪੰਜਾਬ ਸਰਕਾਰ। ਇਲੈਕਸ਼ਨ ਕਮਿਸ਼ਨ ਨੂੰ ਇਸ ਦੀ ਕੋਗਨੀਜੈਂਸ ਲੈਣੀ ਚਾਹੀਦੀ ਹੈ। ਜਿੰਨੀ ਪਬਲਿਸਿਟੀ ਰੇਡੀਓਜ਼ ਵਿੱਚ ਹੋ ਰਹੀ ਕਿ ਬਾਦਲ ਸਾਹਿਬ ਨੇ ਜੀ ਆਟੇ ਦਾਲ ਦੀ ਸਕੀਮ ਚਲਾਤੀ, ਬਾਦਲ ਸਾਹਿਬ ਨੇ ਪੈਨਸ਼ਨਾਂ ਵਧਾਤੀਆਂ, ਬਾਦਲ ਸਾਹਿਬ ਨੇ ਟਾਇਲਟਸ ਬਣਵਾਤੀਆਂ, ਇਹ ਸਾਰਾ ਕੁਝ ਗਵਰਨਮੈਂਟ ਦੇ ਨਾਮ ਤੇ ਤਾਂ ਸ਼ੋਭਦਾ ਵਾ। ਇਲੈਕਸ਼ਨ ਕਮਿਸ਼ਨ ਨੂੰ ਉੱਠ ਕੇ ਦੇਖਣਾ ਚਾਹੀਦਾ, ਉਹ ਕਿਸੇ ਇੰਡੀਵਿਜੂਅਲ ਨੂੰ ਇਹਦਾ ਸਰਕਾਰੀ ਖਰਚਾ ਕਰਕੇ, ਪਬਲਿਸਿਟੀ ਕਰਕੇ ਤੇ ਉਹਦਾ ਪੋਲੀਟੀਕਲ ਲਾਹਾ ਬਾਦਲ ਵਰਗਾ ਕੋਈ ਇੰਡੀਵਿਜੂਅਲ ਲੈ ਚੁੱਕੇ, ਦੈਟ ਇਜ਼ ਅਨਕਨਸਟੀਟਿਊਸ਼ਨਲ, ਦੈਟ ਇਜ਼ ਇਲੀਗਲ, ਦੈਟ ਇਜ਼ ਇਲੈਜਿਟਮੇਟ। ਆਉਣ ਵਾਲੇ ਦਿਨਾਂ 'ਚ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲਾਂ ਦੀ ਸਾਰਿਆਂ ਦੀ ਸ਼ਿਕਾਇਤ ਵੀ ਕਰਾਂਗੇ। ਲੇਕਿਨ ਅੱਜ ਜਿਹੜਾ ਮੇਰਾ ਪ੍ਰਮੁੱਖ ਕਾਰਨ ਸੀਗਾ ਕਿ ਆਪਾਂ ਸਾਰੇ ਵੋਟਰਸ, 3.25 ਕਰੋੜ ਵੋਟਰ ਹੈ ਪੰਜਾਬ ਦਾ, ਜੇ ਆਪਾਂ ਸਾਰੇ ਇਹ ਮਨ ਬਣਾ ਲਈਏ ਕਿ ਅਸੀਂ ਇਸ ਵਾਰ ਜਿਹੜੀ ਆ ਇਹ ਗਲਤ ਪ੍ਰੈਕਟਿਸਿਸ ਇਲੈਕਸ਼ਨਾਂ 'ਚ ਇਹਨਾਂ ਤੋਂ ਪ੍ਰਭਾਵਿਤ ਨਹੀਂ ਹੋਣਾ। ਠੀਕ ਆ, ਜੇ ਤੁਹਾਨੂੰ ਧੱਕੇ ਨਾਲ ਅਕਾਲੀ ਆਣ ਕੇ ਜਾਂ ਕਾਂਗਰਸੀ ਪੈਸੇ ਸੁੱਟਦੇ ਨੇ, ਸਾਨੂੰ ਕੋਈ ਇਤਰਾਜ਼ ਨਹੀਂਗਾ। ਤੁਸੀਂ ਅਗਰ ਪੈਸੇ ਸੁੱਟਦੇ ਨੇ ਤਾਂ ਤੁਸੀਂ ਇਹ ਪੈਸੇ ਇਹਨਾਂ ਲੁਟੇਰਿਆਂ ਦੇ ਕੋਈ ਮਿਹਨਤ ਦੀ ਕਮਾਈ ਦੇਣਗੇ। ਇਹ ਲੁਟੇਰਿਆਂ ਨੇ ਲੁੱਟੇ ਹੋਏ ਨੇ, ਕਿਸੇ ਨੇ ਰੇਤਾ ਬਜਰੀ ਤੋਂ ਲੁੱਟ ਲਏ, ਕਿਸੇ ਨੇ ਥੋਕ ਦੇ ਸ਼ਰਾਬ ਦੇ ਵਪਾਰ ਤੋਂ ਲੁੱਟ ਲਏ, ਕਿਸੇ ਸੁਖਬੀਰ ਸਿੰਘ ਬਾਦਲ ਨੇ ਟਰਾਂਸਪੋਰਟ ਨੂੰ ਹਾਈਜੈਕ ਕਰਕੇ ਲੁੱਟ ਲਏ। ਇਹ ਸਾਰੇ ਲੁੱਟੇ ਹੋਏ ਪੈਸੇ ਨੇ। ਅਗਰ ਤੁਹਾਨੂੰ ਉਹ ਪ੍ਰਭਾਵਿਤ ਕਰਨ ਲਈ ਲੈਂਦੇ ਨੇ, ਲੈ ਲਓ, ਸਾਨੂੰ ਕੋਈ ਇਤਰਾਜ਼ ਨਹੀਂਗਾ। ਲੇਕਿਨ ਵੋਟ ਆਪਣੀ ਈਮਾਨ, ਆਪਣੀ ਸੋਚ ਔਰ ਆਪਣੇ ਪੰਜਾਬ ਦੀ ਤਸਵੀਰ ਨੂੰ, ਜੋ ਅੱਜ ਇਸ ਵਕਤ ਨਾਜ਼ੁਕ ਤਸਵੀਰ ਹੈ, ਉਸ ਨੂੰ ਮੁੱਖ ਰੱਖ ਕੇ ਆਪਾਂ ਵੋਟਾਂ ਸਾਰਿਆਂ ਨੇ ਪਾਉਣੀਆਂ। ਇਸ ਵਿਸ਼ੇ ਨਾਲ ਅੱਜ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਵਾਕ ਦ ਟਾਕ ਕੀਤੀ ਸੀ। ਮੈਂ ਆਉਣ ਵਾਲੇ ਦਿਨਾਂ ਵਿੱਚ ਗਾਏ ਬਗਾਏ ਤੁਹਾਡੇ ਨਾਲ ਇੰਪੋਰਟੈਂਟ ਇਸ਼ੂਜ਼ ਤੇ ਇਸੇ ਤਰ੍ਹਾਂ ਹੀ ਚਰਚਾ ਜ਼ਰੂਰ ਕਰਦਾ ਰਹੂੰਗਾ। ਮੈਨੂੰ ਪੂਰਾ ਆਸ ਹੈ ਕਿ ਦਿਸ ਇਜ਼ ਅ ਵੈਰੀ ਪਾਵਰਫੁਲ ਮੀਡੀਅਮ ਦੈਟ ਵੀਵ ਗੋਟ। ਅਨਫੋਰਚੂਨੇਟਲੀ ਮੈਨੂੰ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਨਾ ਤਾਂ ਇਲੈਕਟ੍ਰੋਨਿਕ ਮੀਡੀਆ ਫ੍ਰੀ ਆ,
PTC ਚੈਨਲ ਆਪਾਂ ਦੇਖਦੇ ਹਾਂ ਬਾਦਲਾਂ ਦਾ ਸਿੱਧਾ ਵਾ ਜ਼ੀ ਪੰਜਾਬੀ ਅਨਫੋਰਚੂਨੇਟਲੀ ਮੈਨੂੰ ਕਹਿਣਾ ਪੈਂਦਾ ਕਿ ਜਦੋਂ ਦਾ ਉਹਦਾ ਮਾਲਕ ਸੁਭਾਸ਼ ਚੰਦਰਾ BJP ਦਾ MP ਬਣ ਗਿਆ ਹਰਿਆਣੇ ਤੋਂ that channel has become a total mouthpiece of the government। ਅਖਬਾਰਾਂ ਮੈਂ ਕਿਸੇ ਅਖਬਾਰ ਦੇ ਖਿਲਾਫ ਨਹੀਂ ਗਾ ਲੇਕਿਨ ਅਖਬਾਰਾਂ ਨੂੰ ਇਸ਼ਤਿਹਾਰ ਚਾਹੀਦੇ ਨੇ ਅਕਾਲੀਆਂ ਦੀ ਸਰਕਾਰ ਦੇ ਬਹੁਤ ਵੱਡੇ ਉਹ ਵੀ ਟੂ ਅ ਸਰਟਨ ਐਕਸਟੈਂਟ ਦੇ ਕੈਨ ਸਪੀਕ ਦ ਟਰੂਥ ਲੇਕਿਨ ਬਿਯੋਂਡ ਦੈਟ ਪੁਆਇੰਟ ਆਫ ਕ੍ਰਿਟਿਸਿਜ਼ਮ ਗਵਰਨਮੈਂਟ ਦੀ ਨਹੀਂ ਕਰ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦਾ ਅਖਬਾਰਾਂ 'ਚ ਪ੍ਰਚਾਰ ਹੀ ਹੈ ਨਹੀਂਗਾ ਸੋ ਇਸ ਲਈ ਸਾਡੇ ਕੋਲ ਤਾਂ ਤੁਸੀਂ ਆ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ WhatsApp ਦੇ ਰਾਹੀਂ ਜੋ ਸਾਡੇ ਨਾਲ ਸਾਰਾ ਪੰਜਾਬ ਤੇ ਸਾਰੀ ਦੁਨੀਆ ਵਿੱਚ ਬੈਠੇ ਪੰਜਾਬੀ ਤੁਸੀਂ ਜੁੜੇ ਹੋਏ ਹੋ ਤੁਹਾਡੇ ਕਰਕੇ ਮੈਂ ਸਮਝਦਾ ਕਿ ਹਲੇ ਵੀ ਆਮ ਆਦਮੀ ਪਾਰਟੀ ਦੀ ਸੋਚ ਵਿਚਾਰਧਾਰਾ ਜਿਹੜੀ ਉਹ ਜਿੰਦੀ ਹੈ ਅਲਾਈਵ ਹੈ ਸੋ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਅੱਜ ਦਾ ਜਿਹੜਾ ਮੇਰਾ ਵਿਸ਼ਾ ਸੀਗਾ ਇਲੈਕਟੋਰਲ ਪੋਲਿਟਿਕਸ ਨੂੰ ਪੋਲਿਊਟ ਕਰਨ ਦੇ ਲੋਕ ਜੋ ਚੋਣ ਪ੍ਰਣਾਲੀ ਗੰਦਲੀ ਕਰਤੀ ਔਰ ਇਸ ਨੂੰ ਇੱਕ ਬਿਜ਼ਨਸ ਬਣਾ ਲਿਆ ਪੋਲਿਟਿਕਸ ਨੂੰ ਪਹਿਲਾਂ ਕਿਸੇ ਵੇਲੇ ਇਹ ਵਾਕਈ ਸੇਵਾ ਸੀਗੀ ਇਹਦੇ ਵਿੱਚ ਬਹੁਤ ਅੱਛੇ ਸਾਫ਼ ਸੁਥਰੇ ਲੋਕ ਸੀਗੇ ਜਿਹੜੇ ਲੋਕ ਮਾਸਟਰ ਤਾਰਾ ਸਿੰਘ ਵਰਗੇ ਚਲੋ ਜਾਂ ਪ੍ਰਤਾਪ ਸਿੰਘ ਕੈਰੋਂ ਵਰਗੇ ਜਾਂ ਗਿਆਨੀ ਕਰਤਾਰ ਸਿੰਘ ਜੀ ਵਰਗੇ ਉਹ ਲੋਕ ਭਾਵਾਂ ਸਾਦੇ ਸੀਗੇ ਲੇਕਿਨ ਬਹੁਤ ਇਮਾਨਦਾਰ ਸੀਗੇ ਕੋਈ ਚੋਣਾਂ ਦੇ ਵਿੱਚ ਕਿਸੇ ਨੂੰ ਪ੍ਰਭਾਵਿਤ ਨਹੀਂ ਸੀ ਕਰਦੇ ਕਿਸੇ ਗੱਲ ਦੀ ਪ੍ਰੈਕਟਿਸ ਨਹੀਂ ਸੀ ਕਰਦੇ ਔਰ ਫੇਅਰ ਗੱਲਾਂ ਕਰਕੇ ਆਪਣੀ ਸਟੇਟ ਨੂੰ ਅੱਛਾ ਬਿਲਡ ਕਰਦੇ ਸੀ ਉਸ ਵਕਤ ਸ਼ੁਰੂ ਵਿੱਚ ਅੱਛੇ ਡੈਮਸ ਬਣ ਗਏ ਅੱਛੀਆਂ ਯੂਨੀਵਰਸਿਟੀਆਂ ਬਣ ਗਈਆਂ ਅੱਛਾ ਕੈਨਾਲ ਸਿਸਟਮ ਨਿਕਲ ਆਇਆ ਲੇਕਿਨ ਪਿਛਲੇ 25-30 ਸਾਲ ਵਿੱਚ ਗਲੀਆਂ ਨਾਲੀਆਂ ਹੀ ਬਣ ਰਹੀਆਂ ਨੇ ਇਹ ਤੋਂ ਜ਼ਿਆਦਾ ਕੁਝ ਨਹੀਂ ਬਣ ਰਿਹਾ ਯਕੀਨ ਰੱਖਣਾ ਤੁਸੀਂ ਔਰ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਉਂਕਿ ਬਾਹਰਲੇ ਤਾਂ ਲੋਕ ਡਿਵੈਲਪਮੈਂਟ ਦਾ ਅਰਥ ਕੀ ਉਹ ਤਾਂ ਸਮਝ ਚੁੱਕੇ ਨੇ ਆਪਣੇ ਲੋਕਾਂ ਨੂੰ ਗਲੀਆਂ ਤੇ ਨਾਲੀਆਂ ਨਾਲ ਹੀ ਵਿਕਾਸ ਕਹਿ ਕੇ ਜੋੜਿਆ ਜਾ ਰਿਹਾ ਗਲੀਆਂ ਨਾਲੀਆਂ ਵਿਕਾਸ ਨਹੀਂਗਾ 3 ਗਲੀਆਂ ਬਣਾਤੀਆਂ ਪਿੰਡ 'ਚ 4 ਨਾਲੀਆਂ ਬਣਾਤੀਆਂ ਦੈਟ ਇਜ਼ ਨਾਟ ਡਿਵੈਲਪਮੈਂਟ ਇਜ਼ ਓਵਰਆਲ ਸਟੇਟ ਦੀ ਜਿਹੜੀ ਪਿਕਚਰ ਹੈ ਜਦੋਂ ਉੱਥੋਂ ਦੇ ਵਸਿੰਦੇ ਸੰਤੁਸ਼ਟ ਹੋਣ ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੋਵੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਨੂੰ ਅਸੀਂ ਪੜ੍ਹਨਾ ਵਾ ਤੇ ਪੜ੍ਹਨ ਤੋਂ ਬਾਅਦ ਸਾਨੂੰ ਬਾਇਜ਼ਤ ਨੌਕਰੀ ਮਿਲ ਜਾਣੀ ਹੈ ਕਿਸਾਨਾਂ ਨੂੰ ਪਤਾ ਹੋਵੇ ਕਿ ਮੈਂ ਜਿਹੜੀ ਮਿਹਨਤ ਕਰਕੇ ਆਪਣੀ ਫਸਲ ਪਾਲ ਰਿਹਾ ਇਹਦੀ ਬਾਇਜ਼ਤ ਮਾਰਕੀਟਿੰਗ ਹੋਵੇਗੀ ਇਸੇ ਤਰ੍ਹਾਂ ਹੀ ਸਾਡੇ ਹਰ ਬਸ਼ਿੰਦਾ ਸਿਕਿਉਰ ਹੋਵੇ ਜਾਨ ਮਾਲ ਦੀ ਰਾਖੀ ਹੋਵੇ ਸਾਨੂੰ ਪਤਾ ਕਿ ਸਾਡੀਆਂ ਧੀਆਂ ਭੈਣਾਂ ਜਾ ਰਹੀਆਂ ਕਿਤੇ ਰਾਤ ਨੂੰ ਜਾਂ ਸ਼ਾਮ ਨੂੰ ਲੇਟ ਹੈ ਉਹ ਘਰ ਆਉਣਗੀਆਂ ਤਾਂ ਮਹਿਫੂਜ਼ ਹੋਣਗੀਆਂ ਉਹਨਾਂ ਨੂੰ ਕੋਈ ਛੇੜੇਗਾ ਨਹੀਂ ਕੋਈ ਲੁੱਟ ਖਸੁੱਟ ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਬਦਮਾਸ਼ੀ ਨਹੀਂ ਹੋਵੇਗੀ ਸਾਨੂੰ ਡਿਵੈਲਪਮੈਂਟ ਤਾਂ ਹੋਵੇ ਜੇ ਇੱਥੇ ਭ੍ਰਿਸ਼ਟਾਚਾਰ ਨਾ ਹੋਵੇ ਅਗਰ ਸਾਨੂੰ ਪੁਲਿਸ ਸਟੇਸ਼ਨ ਵਿੱਚ ਬਾਇਜ਼ਤ ਇਨਸਾਫ ਮਿਲੇ ਤਹਿਸੀਲਾਂ ਬਿਜਲੀ ਦਫ਼ਤਰਾਂ ਦੇ ਵਿੱਚ ਅਸੀਂ ਜਾਈਏ ਤਾਂ ਸਾਨੂੰ ਆਫਿਸਰਸ ਜਿਹੜੇ ਨੇ ਉਹ ਅੱਛੇ ਤਰੀਕੇ ਨਾਲ ਡੀਲ ਕਰਨ ਔਨਰੇਬਲ ਤਰੀਕੇ ਨਾਲ ਲਾਈਕ ਗੁੱਡ ਹਿਊਮਨ ਬੀਇੰਗਸ ਤੇ ਜੇ ਹਿਊਮਨ ਰਿਸੋਰਸ ਹੀ ਨਹੀਂ ਖੁਸ਼ ਹਿਊਮਨ ਰਿਸੋਰਸ ਤੇ ਜੁੱਤੀਆਂ ਪੈ ਰਹੀਆਂ ਹਿਊਮਨ ਰਿਸੋਰਸ ਪੰਜਾਬ ਦਾ ਨਸ਼ੇੜੀ ਹੋ ਗਿਆ ਹਿਊਮਨ ਰਿਸੋਰਸ ਨੂੰ ਡਰਾਇਆ ਜਾ ਰਿਹਾ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਹਿਊਮਨ ਰਿਸੋਰਸ ਨੂੰ ਕੁੱਟਿਆ ਜਾ ਰਿਹਾ ਵਾ ਚੰਦ ਦਿਨ ਪਹਿਲਾਂ ਮਾਨਸੇ 'ਚ ਇੱਕ ਦਲਿਤ ਨੂੰ ਮਾਰਤਾ ਸ਼ਰਾਬ ਦੇ ਕਾਰੋਬਾਰੀਆਂ ਨੇ ਜਲੰਧਰ ਵਿੱਚ ਇੱਕ ਆਦਮੀ ਨੂੰ ਸ਼ਰਾਬ ਦੇ ਕਾਰਟਲ ਨੇ ਮਾਫੀਆ ਨੇ ਆਣ ਕੇ ਮਾਰ ਦਿੱਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਅਰਾਜਕਤਾ ਵਾਲੀਆਂ ਇਵੈਂਟਸ ਜਦੋਂ ਹੁੰਦੀਆਂ ਕੀ ਇਸ ਨੂੰ ਆਪਾਂ ਵਿਕਾਸ ਕਹਿ ਸਕਦੇ ਹਾਂ ਵਿਕਾਸ ਉਹੀ ਦੁਬਾਰਾ ਮੈਨੂੰ ਕਹਿਣਾ ਪੈਂਦਾ ਤਾਈਓ ਇਸ ਕਰਕੇ NRIs ਜ਼ੋਰ ਲਾ ਰਹੇ ਨੇ ਕਿ ਇਸ ਵਾਰ ਤੁਸੀਂ ਤਬਦੀਲੀ ਲੈ ਕੇ ਆਓ ਤੇ ਝਾੜੂ ਨੂੰ ਵੋਟ ਪਾਓ ਕਿਉਂਕਿ NRIs ਨੇ ਵਿਕਸਿਤ ਮੁਲਕਾਂ ਦਾ ਐਕਚੁਅਲ ਮਾਡਲ ਆਫ ਡਿਵੈਲਪਮੈਂਟ ਦੇਖ ਲਿਆ ਜਿੱਥੇ ਐਜੂਕੇਸ਼ਨ ਅੱਛੀ ਹੈ ਜਿੱਥੇ ਹੈਲਥ ਕੇਅਰ ਅੱਛੀ ਹੈ ਜਿੱਥੇ ਲਾਅ ਐਂਡ ਆਰਡਰ ਸਭ ਲਈ ਇੱਕ ਆ ਚਾਹੇ ਉਹ ਹਿਲਰੀ ਕਲਿੰਟਨ ਹੈ ਤੇ ਚਾਹੇ ਇੱਕ ਆਰਡੀਨਰੀ ਉੱਥੋਂ ਦਾ ਵਸਿੰਦਾ ਅਮਰੀਕਾ ਦਾ ਚਾਹੇ ਉਹ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਚਾਹੇ ਇੱਕ ਆਰਡੀਨਰੀ ਸਿਟੀਜ਼ਨ ਹੈ ਕੈਨੇਡਾ ਦਾ ਲਾਜ਼ ਦ ਸੇਮ ਐਂਡ ਵਨ ਫॉर ਐਵਰੀ ਸਿਟੀਜ਼ਨ ਇਸ ਨੂੰ ਕਹਿੰਦੇ ਨੇ ਵਿਕਾਸ ਔਰ ਫਿਰ ਆਫ ਕੋਰਸ ਇਨਫਰਾਸਟ੍ਰਕਚਰ ਰੋਡ ਨੈਟਵਰਕ ਪਾਵਰ ਦਾ ਹੋਣਾ ਅੱਛਾ ਔਰ ਸਭ ਤੋਂ ਜ਼ਿਆਦਾ ਅਗੇਨ ਆਈ ਵਾਂਟ ਟੂ ਰੀਇਟਰੇਟ ਕਿ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਤੱਕ ਜਾਨ ਮਾਲ ਦੀ ਰਾਖੀ ਤੇ ਮਹਿਫੂਜ਼ ਨਹੀਂਗਾ ਉਦੋਂ ਤਾਈਂ ਕੋਈ ਇਨਵੈਸਟਮੈਂਟ ਨਹੀਂ ਆਊਗੀ ਤੁਸੀਂ ਦੇਖੋਗੇ ਕਿ ਦੁਬਈ ਜਿਹੜਾ ਹੈ ਉਹਦੇ 'ਚ ਇੱਕ ਦਾਣਾ ਕਣਕ ਦਾ ਅਨਾਜ ਦਾ ਨਹੀਂ ਹੁੰਦਾ ਇੱਕ ਤੁਪਕਾ ਦੁੱਧ ਦਾ ਪੈਦਾ ਨਹੀਂ ਹੁੰਦਾ ਔਰ ਲੋਕਾਂ ਨੂੰ ਗਲਤਫਹਿਮੀ ਕਿ ਦੁਬਈ ਦੇ ਵਿੱਚ ਬਹੁਤ ਤੇਲ ਆ ਤੇਲ UAE ਦੀਆਂ ਦੂਜੀਆਂ ਸਟੇਟਸ ਦੇ ਕੋਲ ਹੈਗਾ ਵਾ ਲੇਕਿਨ ਦੁਬਈ ਦੇ ਕੋਲ ਪ੍ਰੋਪਰ ਤੇਲ ਵੀ ਨਹੀਂਗਾ ਲੇਕਿਨ ਦੁਬਈ ਸਭ ਤੋਂ ਜ਼ਿਆਦਾ ਵਿਕਸਿਤ ਇਸ ਵਕਤ ਸਟੇਟ ਹੈ ਵਰਲਡ ਦੀ ਔਰ ਹਰ ਕਿਸਮ ਦਾ ਇਨਵੈਸਟਰ ਉੱਥੇ ਬੈਠਾ ਕੀ ਕਾਲੇ ਕੀ ਗੋਰੇ ਦੁਨੀਆ ਭਰ ਦੀਆਂ ਕੰਪਨੀਆਂ ਇਸ ਵਕਤ ਦੁਬਈ ਦੇ ਵਿੱਚ ਪਹੁੰਚ ਕੇ ਵਪਾਰ ਕਰ ਰਹੀਆਂ ਕਿਉਂਕਿ ਉੱਥੇ ਲਾਅ ਐਂਡ ਆਰਡਰ ਇਜ਼ ਸੋ ਸਟਰੋਂਗ ਮਜਾਲ ਹੈ ਕਿਸੇ ਦੀ ਰਾਤ ਨੂੰ ਮੈਂ ਦੇਖਿਆ ਉੱਥੇ ਇੱਕ ਗੋਲਡ ਸੂਕ ਸਟਰੀਟ ਹੈ ਜਿੱਥੇ ਸਾਰਾ ਜੂਲਰਸ ਦਾ ਕਾਰੋਬਾਰ ਆ ਰਾਤ ਨੂੰ ਵੱਡੀਆਂ ਲਾਈਟਾਂ ਲਾ ਕੇ ਔਰ ਉਹਨਾਂ ਦੇ ਸ਼ੀਸ਼ਿਆਂ ਵਿੱਚ ਜੂਲਰੀ ਡਿਸਪਲੇਡ ਹੁੰਦੀ ਆ ਰਾਤ ਨੂੰ ਸਾਰੀ ਸਟਰੀਟ ਦੀਆਂ ਲਾਈਟਾਂ ਜਗਾ ਕੇ ਛੱਡ ਕੇ ਜਾਂਦੇ ਨੇ ਮਜਾਲ ਹੈ ਕਿਸੇ ਦੀ ਕੋਈ ਉੱਥੇ ਡਾਕਾ ਮਾਰਨ ਦੀ ਸੋਚ ਲੈ ਘਰਾਂ ਨੂੰ ਲੋਕ ਲੌਕਸ ਨਹੀਂ ਲਾਉਂਦੇ ਘਰਾਂ ਦੁਬਈ ਦੇ ਵਿੱਚ ਘਰਾਂ ਦੇ ਆਮ ਰਿਵਾਜ ਆ ਕਿ ਘਰ ਦੇ ਬੂਹੇ ਦਰਵਾਜ਼ੇ ਮੇਨ ਡੋਰਸ ਖੁੱਲ੍ਹੇ ਨੇ ਅਨਲੌਕਡ ਨੇ ਲੇਕਿਨ ਨੋਬਡੀ ਕੈਨ ਟੱਚ them ਰਾਤ ਨੂੰ ਜਿਹੜਾ ਵੀ ਉਹਨਾਂ ਦਾ ਸੋਸ਼ਲ ਈਵਨਿੰਗਸ ਉਹ ਕਰਦੇ ਨੇ ਮਜਾਲ ਹੈ ਕਿ ਕੋਈ ਕਿਸੇ ਔਰਤ ਵੱਲ ਲੜਕੀ ਵੱਲ ਕੋਈ ਬੁਰੀ ਅੱਖ ਨਾਲ ਹੱਥ ਲਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਛੇੜ ਵੀ ਜਾਵੇ ਵਾਈ ਬਿਕੋਜ਼ ਦੀ ਲਾਅ ਐਂਡ ਆਰਡਰ ਮੈਕੈਨਿਜ਼ਮ ਇਨ ਦੁਬਈ ਇਜ਼ ਸੋ ਸਟਰੋਂਗ
ਵਰਲਡ ਦੇ ਹਰ ਸਿਟੀਜ਼ਨ ਨੂੰ ਇਹ ਪਤਾ ਵਾ ਕਿ ਅਗਰ ਮੈਂ ਜਾ ਕੇ ਆਪਣੇ ਪੈਸੇ ਉੱਥੇ ਇਨਵੈਸਟ ਕਰਦਾ ਵਾਂ, ਮੇਰੇ ਪੈਸੇ ਜਿਹੜੇ ਉਹ ਡੁੱਬਣਗੇ ਨਹੀਂ, ਖਰਾਬ ਨਹੀਂ ਹੋਣਗੇ, ਮੇਰੀ ਗਵਰਨਮੈਂਟ ਜਿਹੜੀ ਮੇਰੀ ਲਾਈਫ ਤੇ ਪ੍ਰਾਪਰਟੀ ਤੇ ਲਿਬਰਟੀ ਨੂੰ ਸਿਕਿਉਰ ਰੱਖੇਗੀ। ਦੈਟ ਇਜ਼ ਵਾਟ ਇਜ਼ ਕਾਲਡ ਐਕਚੁਅਲ ਡਿਵੈਲਪਮੈਂਟ, ਨਾਟ ਦਿਸ ਡਿਵੈਲਪਮੈਂਟ ਜਿਹੜਾ ਸੁਖਬੀਰ ਹੁਣੀ ਝੂਠ ਬੋਲ ਕੇ ਨੀਂਹ ਪੱਥਰ ਰੱਖ ਕੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਤੇ ਲੋਕਾਂ ਨੂੰ ਐਂ ਜਚਾ ਰਹੇ ਨੇ ਜਿੱਦਾਂ ਅਸੀਂ ਤੁਹਾਡਾ ਬਹੁਤ ਵਿਕਾਸ ਕਰਤਾ, ਥੋੜੀਆਂ ਸਕੀਮਾਂ ਸਮਾਜ ਭਲਾਈ ਦੀਆਂ। ਇਹ ਬਹੁਤ ਡਿਸਆਨਰੇਬਲ ਲਾਈਫ ਹੈ। ਇਸ ਲਈ ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ, 3.25 ਕਰੋੜ ਵੋਟਰਸ ਨੂੰ ਤੇ ਦੁਨੀਆ ਬੈਠੇ 50 ਲੱਖ ਆਪਣੇ ਐਨਆਰਆਈ ਭੈਣਾਂ ਭਰਾਵਾਂ ਨੂੰ ਅਪੀਲ ਕਰੂੰਗਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਲੈਟਸ ਟਰਾਈ ਐਂਡ ਬ੍ਰਿੰਗ ਅਬਾਊਟ ਅ ਗੁੱਡ ਚੇਂਜ ਇਨ ਪੰਜਾਬ। ਆਈ ਨੋ ਦ ਚੇਂਜ ਇਜ਼ ਵੈਰੀ ਡਿਫਿਕਲਟ, ਇਹ ਸੌਖਾ ਨਹੀਂ ਹੋਣਾ। ਬੰਦੇ ਅੱਛੇ ਅਗਰ ਅਸੈਂਬਲੀ ਦੇ ਵਿੱਚ ਜਾਣਗੇ ਔਰ ਜਿਹੜਾ ਨੰਬਰ 1 ਆਦਮੀ ਬਣੇ ਤੇ ਗਵਰਨਮੈਂਟ ਬਣੇ ਉਹ ਬਹੁਤ ਸਟਰੋਂਗ ਵਿਲਡ ਹੋਵੇ, ਹੀ ਸ਼ੁਡ ਨਾਟ ਬੀ ਆਫ ਅ ਕੰਪਰੋਮਾਈਜ਼ਿੰਗ ਨੇਚਰ, ਫਿਰ ਇਹ ਸਾਰੀਆਂ ਗੱਲਾਂ ਦੇ ਹੱਲ ਹੋ ਸਕਦੇ। ਹੱਲ ਹਰ ਇੱਕ ਗੱਲ ਦਾ ਲੱਭਿਆ ਜਾ ਸਕਦਾ। ਕਹਿੰਦੇ ਨੇ ਵੈਨ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ। ਅਗਰ ਤੁਹਾਡੀ ਇੱਛਾ ਸ਼ਕਤੀ ਸਟਰੋਂਗ ਹੈ ਤਾਂ ਸਾਰੀਆਂ ਗੱਲਾਂ ਦੇ ਹੱਲ ਨੇ। ਸੋ ਅਸੀਂ ਇੱਕ ਤਾਈਓ ਇਹ ਹੋ ਸਕਦਾ ਜਦੋਂ ਆਪਣੇ ਵੋਟਰਸ ਇਮਾਨਦਾਰੀ ਨਾਲ ਤੇ ਸਾਫ਼ ਸੁਥਰੀ ਨੀਅਤ ਦੇ ਨਾਲ ਵੋਟਾਂ ਪਾ ਕੇ ਇਮਾਨਦਾਰ ਤੇ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਗੇ, ਫਿਰ ਗਵਰਨਮੈਂਟ ਅੱਛੀ ਬਣੂਗੀ। ਉੱਥੋਂ ਸ਼ੁਰੂਆਤ ਹੋਵੇਗੀ, ਹਲੇ ਤਾਂ ਸ਼ੁਰੂਆਤ ਹੀ ਨਹੀਂ ਹੋਈ। ਲਾਸਟ 30 years, 3 decades has been very bad leadership for Punjab, very dishonest leadership for Punjab, very poor leadership for Punjab. So ਇੱਕ ਮੌਕਾ 2017 ਜਿਹੜਾ ਆ ਰਿਹਾ ਮੈਨੂੰ ਪੂਰਾ ਨਾ ਸਕੇ, ਤੁਸੀਂ ਇਸ ਨੂੰ ਆਪਣੀ ਇਮਾਨਦਾਰੀ ਦੇ ਨਾਲ ਸਾਰੇ ਉੱਠ ਕੇ ਵੋਟ ਪਾਓਗੇ ਤੇ ਚੰਗੇ ਲੋਕਾਂ ਨੂੰ ਮੌਕਾ ਦਿਓਗੇ। ਬਲਕਿ ਪਿੰਡ ਪੱਧਰ ਦੇ ਵੀ ਚੰਗੇ ਲੋਕਾਂ ਨੂੰ ਮੌਕਾ ਦਿਓ, ਪੜ੍ਹੇ ਲਿਖੇ ਲੋਕਾਂ ਨੂੰ ਮੌਕਾ ਦਿਓ, ਸਾਫ਼ ਸੁਥਰੇ ਲੋਕਾਂ ਨੂੰ ਮੌਕਾ ਦਿਓ। ਆਪਣੀ ਚੋਣ ਪ੍ਰਣਾਲੀ ਨੂੰ ਇਦਾਂ ਗੰਦਲਾ ਨਾ ਕਰੀ ਚੱਲੀਏ। ਮੈਨੂੰ ਪੂਰਾ ਨਾ ਸਕੇ ਤੁਸੀਂ ਇਸ ਗੱਲ ਤੇ ਸੀਰੀਅਸਲੀ ਵਿਚਾਰ ਕਰੋਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।